ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਹੋਏ ਹਾਂ ਅੱਜ ਦੀ ਨਵੀਂ ਕਹਾਣੀ ਦੇ ਨਾਲ। ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਮੈਂ ਸੋਫੇ ਤੇ ਸਿਰ ਝੁਕਾਈ ਬੈਠਾ ਸੀ। ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਾਂ, ਕਿੱਥੇ ਜਾਵਾਂ। ਅਜੇ ਕੁਝ ਦੇਰ ਪਹਿਲਾਂ ਜੋ ਹੋਇਆ ਸੀ ਉਸਨੇ ਮੇਰੀ ਪੂਰੀ ਜ਼ਿੰਦਗੀ ਤਹਿਸ ਨਹਿਸ ਕਰਕੇ ਰੱਖ ਦਿੱਤੀ ਸੀ। ਮੇਰੇ ਤੇ ਇੰਨਾ ਵੱਡਾ ਇਲਜ਼ਾਮ ਲਗਾਇਆ ਗਿਆ ਸੀ ਕਿ ਮੈਂ ਗੁੱਸੇ ਵਿੱਚ ਸਾਰੀ ਦੁਨੀਆ ਨੂੰ ਤਹਿਸ ਨਹਿਸ ਕਰਨਾ ਚਾਹੁੰਦਾ ਸੀ। ਮੇਰੇ ਸਾਹਮਣੇ ਪਾਪਾ ਬੈਠੇ ਸੀ, ਮੈਨੂੰ ਗੌਰ ਨਾਲ ਦੇਖ ਰਹੇ ਸੀ। ਉਹਨਾਂ ਨੇ ਕਿਹਾ ਕਿ ਰਾਜਿੰਦਰ, ਹੁਣ ਕੀ ਸੋਚਿਆ ਹੈ ਤੂੰ? ਮੈਂ ਬੇਵੱਸ ਹੋ ਕੇ ਉਹਨਾਂ ਵੱਲ ਦੇਖਿਆ। ਮਰਦ ਹੋ ਕੇ ਵੀ ਮੈਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ। ਮੇਰੀਆਂ ਅੱਖਾਂ ਦੇ ਕੋਨੇ ਗਿੱਲੇ ਹੋ ਚੁੱਕੇ ਸੀ। ਜੋ ਇਲਜ਼ਾਮ ਮੇਰੇ ਤੇ ਲਗਾਇਆ ਗਿਆ ਸੀ ਉਸ ਨੂੰ ਮੈਂ ਬਰਦਾਸ਼ਤ ਨਹੀਂ ਕਰ ਪਾ ਰਿਹਾ ਸੀ। ਮੈਂ ਥੱਕੇ ਹੋਏ ਲਹਿਜੇ ਵਿੱਚ ਕਿਹਾ, ਪਾਪਾ, ਮੇਰੇ ਤਾਂ ਸੋਚਣ ਸਮਝਣ ਦੀ ਸ਼ਕਤੀ ਹੀ ਖਤਮ ਹੋ ਗਈ ਆ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਕੀ ਕਰਾਂ। ਪਾਪਾ ਕਹਿਣ ਲੱਗੇ ਕਿ ਇਸ ਦਾ ਇੱਕ ਹੀ ਹੱਲ ਹੈ, ਉਸ ਕੁੜੀ ਨਾਲ ਵਿਆਹ ਕਰਵਾ ਲੈ। ਮੈਂ ਹੈਰਾਨ ਹੋ ਕੇ ਪਾਪਾ ਨੂੰ ਦੇਖਦਾ ਰਿਹਾ। ਇਹ ਗੱਲ ਕਿਵੇਂ ਉਹ ਬੋਲ ਸਕਦੇ ਨੇ? ਮੈਂ ਕਿਹਾ, ਪਾਪਾ, ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ? ਮੈਂ ਉਸ ਕੁੜੀ ਨਾਲ ਵਿਆਹ ਕਿਵੇਂ ਕਰਵਾ ਸਕਦਾ? ਪਾਪਾ ਗੰਭੀਰ ਹੋ ਕੇ ਬੋਲੇ, ਕਿਉਂ ਨਹੀਂ ਕਰਵਾ ਸਕਦਾ? ਤੇਰੀ ਵਜ੍ਹਾ ਨਾਲ ਉਸ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ। ਲੋਕ ਉਸ ਨੂੰ ਤਾਨੇ ਦੇਣਗੇ, ਉਸ ਦੀ ਇੱਜ਼ਤ ਨਹੀਂ ਰਹਿਣ ਦੇਣਗੇ। ਕੀ ਤੂੰ ਚਾਹੁੰਦਾ ਹੈ ਕਿ ਤੇਰੀ ਵਜ੍ਹਾ ਨਾਲ ਉਸ ਦੀ ਜ਼ਿੰਦਗੀ ਨਰਕ ਬਣ ਜਾਵੇ? ਇਲਜ਼ਾਮ ਝੂਠਾ ਹੈ, ਇਹ ਤੂੰ ਵੀ ਜਾਣਦਾ ਹੈ। ਫਿਰ ਭਲਾ ਉਸ ਨਾਲ ਵਿਆਹ ਕਿਉਂ ਨਹੀਂ ਕਰਵਾ ਸਕਦਾ? ਮੈਂ ਕਿਹਾ, ਪਾਪਾ, ਪਰ ਉਹ ਤਾਂ ਗੁਰਪ੍ਰੀਤ ਨੂੰ ਪਿਆਰ ਕਰਦੀ ਹੈ। ਮੇਰੇ ਨਾਲ ਵਿਆਹ ਕਿਵੇਂ ਕਰਵਾ ਸਕਦੀ ਹੈ? ਪਾਪਾ ਨੇ ਕਿਹਾ, ਗੁਰਪ੍ਰੀਤ ਨੂੰ ਕਰਦੀ ਸੀ, ਪਰ ਇੱਕ ਗੱਲ ਯਾਦ ਰੱਖ ਬੇਟਾ, ਔਰਤ ਉਸ ਮਰਦ ਨੂੰ ਮੁਹੱਬਤ ਨਹੀਂ ਕਰ ਸਕਦੀ ਜੋ ਉਸਦੇ ਕਰੈਕਟਰ ਤੇ ਉਂਗਲ ਚੁੱਕੇ। ਗੁਰਪ੍ਰੀਤ ਨੇ ਜੋ ਕੀਤਾ ਉਹ ਸਭ ਦੇ ਸਾਹਮਣੇ ਹੈ। ਹੁਣ ਉਸਦੇ ਦਿਲ ਵਿੱਚ ਗੁਰਪ੍ਰੀਤ ਦੇ ਲਈ ਨਫ਼ਰਤ ਤੋਂ ਇਲਾਵਾ ਕੁਝ ਨਹੀਂ ਹੋਵੇਗਾ। ਮੈਂ ਬੇਚੈਨ ਹੋ ਕੇ ਇੱਧਰ ਉੱਧਰ ਦੇਖਣ ਲੱਗਿਆ। ਪਰ ਪਾਪਾ, ਜੇ ਮੈਂ ਵਿਆਹ ਦੇ ਲਈ ਰਾਜ਼ੀ ਵੀ ਹੋ ਜਾਵਾਂ ਤਾਂ ਮੰਮੀ ਕਦੇ ਨਹੀਂ ਮੰਨੇ। ਪਾਪਾ ਮੇਰੇ ਕੋਲ ਆ ਕੇ ਬੈਠ ਕੇ ਮੇਰੇ ਮੋਢੇ ਤੇ ਹੱਥ ਰੱਖ ਕੇ ਬੋਲੇ, ਤੂੰ ਆਪਣਾ ਫੈਸਲਾ ਖੁਦ ਕਰ। ਦੂਜਿਆਂ ਦੀ ਵਜ੍ਹਾ ਨਾਲ ਕੋਈ ਗਲਤ ਕਦਮ ਨਾ ਚੱਕੀ ਜਿਸ ਨਾਲ ਤੇਰੀ ਤੇ ਉਸ ਕੁੜੀ ਦੀ ਜ਼ਿੰਦਗੀ ਬਰਬਾਦ ਹੋ ਜਾਵੇ। ਰਹੀ ਗੱਲ ਤੇਰੀ ਮਾਂ ਦੀ, ਉਸ ਨਾਲ ਤਾਂ ਮੈਂ ਗੱਲ ਕਰਦਾ। ਤੂੰ ਬਸ ਸੋਚ ਸਮਝ ਕੇ ਫੈਸਲਾ ਕਰ ਲੈ। ਇਹ ਨਾ ਭੁੱਲ ਕਿ ਹੁਣ ਤੇਰੇ ਨਾਲ ਉਸ ਕੁੜੀ ਦਾ ਵੀ ਸਵਾਲ ਹੈ। ਤੂੰ ਤਾਂ ਮਰਦ ਹੈ, ਬਦਨਾਮੀ ਸਹਿ ਲਵੇਂਗਾ, ਪਰ ਇੱਕ ਔਰਤ ਦੀ ਜ਼ਿੰਦਗੀ ਵਿੱਚ ਜਦੋਂ ਇੱਕ ਵਾਰ ਦਾਗ ਲੱਗ ਜਾਂਦਾ ਤਾਂ ਉਹ ਕਦੇ ਨਹੀਂ ਮਿਟਦਾ। ਇਹ ਕਹਿ ਕੇ ਪਾਪਾ ਉੱਠ ਕੇ ਆਪਣੇ ਕਮਰੇ ਵਿੱਚ ਚਲੇ ਗਏ ਤੇ ਮੈਂ ਉੱਥੇ ਸੋਫੇ ਤੇ ਨਿਢਾਲ ਹੋ ਕੇ ਬੈਠਾ ਰਿਹਾ। ਜੋ ਕੁਝ ਹੋਇਆ ਸੀ ਉਸਨੇ ਮੈਨੂੰ ਇੰਨਾ ਹਿਲਾ ਦਿੱਤਾ ਸੀ ਕਿ ਮੈਂ ਕੁਝ ਸਮਝ ਨਹੀਂ ਪਾ ਰਿਹਾ ਸੀ। ਅਚਾਨਕ ਗੈਸਟ ਰੂਮ ਵਿੱਚੋਂ ਤੇਜ਼ ਆਵਾਜ਼ ਆਈ। ਮੈਂ ਭੱਜ ਕੇ ਉੱਥੇ ਪਹੁੰਚਿਆ, ਦਰਵਾਜ਼ਾ ਖੋਲ੍ਹਿਆ ਤੇ ਦੇਖਿਆ ਕਿ ਅਮਨ ਆਪਣਾ ਸਿਰ ਕੰਧ ਨਾਲ ਮਾਰ ਰਹੀ ਸੀ, ਖੁਦ ਨੂੰ ਥੱਪੜ ਮਾਰ ਰਹੀ ਸੀ, ਵਾਲ ਪੱਟ ਰਹੀ ਸੀ। ਉਸਦਾ ਮੱਥਾ ਖੂਨ ਨਾਲ ਲੱਥ-ਪੱਥ ਸੀ। ਮੈਂ ਘਬਰਾ ਕੇ ਉਸਦੇ ਵੱਲ ਭੱਜਿਆ। ਪਾਗਲ ਹੋ ਗਈ ਹੈ? ਇਹ ਕੀ ਕਰ ਰਹੀ ਹੈ? ਉਹ ਹੋਸ਼ ਗਵਾ ਰਹੀ ਸੀ। ਵਾਲ ਖਿੱਲਰ ਕੇ ਉਸਦੇ ਚਿਹਰੇ ਤੇ ਆ ਗਏ ਸੀ ਤੇ ਕਹਿ ਰਹੀ ਸੀ, ਮੈਨੂੰ ਮਰ ਜਾਣਾ ਚਾਹੀਦਾ, ਮੈਂ ਬਦ ਚੱਲਣਾ, ਮੈਂ ਇੱਕ ਗੰਦਗੀ ਦਾ ਢੇਰ ਹਾਂ, ਮੈਨੂੰ ਜਿਉਣ ਦਾ ਕੋਈ ਹੱਕ ਨਹੀਂ। ਮੈਂ ਉਸਦੇ ਮੋਢੇ ਫੜ ਕੇ ਕਿਹਾ ਕਿ ਕਿਸੇ ਦੇ ਕਹਿਣ ਨਾਲ ਤੂੰ ਖਰਾਬ ਕਿਵੇਂ ਹੋ ਸਕਦੀ ਹੈ? ਦੁਨੀਆ ਕੁਝ ਵੀ ਕਹਿ ਦਿੰਦੀ ਹੈ ਤੇ ਤੂੰ ਉਹਨਾਂ ਲੋਕਾਂ ਦਾ ਵਿਸ਼ਵਾਸ ਕਰ ਲਵੇਂਗੀ? ਦੱਸ, ਜਦੋਂ ਤੈਨੂੰ ਪਤਾ ਹੈ ਕਿ ਤੂੰ ਸੱਚ ਬੋਲ ਰਹੀ ਹੈ ਤਾਂ ਦੂਜਿਆਂ ਦੀਆਂ ਗੱਲਾਂ ਤੇ ਖੁਦ ਨੂੰ ਸਜ਼ਾ ਕਿਉਂ ਦੇ ਰਹੀ ਹੈ? ਪਾਗਲ ਨਾ ਬਣ ਅਮਨ। ਮੈਂ ਕਿਹਾ, ਇਸ ਤਰ੍ਹਾਂ ਖੁਦ ਨੂੰ ਨੁਕਸਾਨ ਪਹੁੰਚਾਉਣ ਨਾਲ ਕੁਝ ਠੀਕ ਨਹੀਂ ਹੁੰਦਾ, ਬਲਕਿ ਮਾਮਲਾ ਹੋਰ ਵੀ ਵਿਗੜ ਜਾਵੇਗਾ। ਕੀ ਤੈਨੂੰ ਰੱਬ ਤੇ ਭਰੋਸਾ ਨਹੀਂ? ਮੈਂ ਉਸਦੇ ਦੋਨੇ ਹੱਥ ਫੜ ਕੇ ਉਸਨੂੰ ਖੁਦ ਨੂੰ ਚੋਟ ਪਹੁੰਚਾਉਣ ਤੋਂ ਰੋਕਿਆ। ਉਹ ਫੁੱਟ-ਫੁੱਟ ਕੇ ਰੋ ਰਹੀ ਸੀ ਤੇ ਮੈਂ ਸਮਝਾਉਂਦੇ ਹੋਏ ਕਿਹਾ, ਬੋਲ, ਖੁਦ ਤੇ ਰੱਬ ਤੇ ਯਕੀਨ ਹੈ? ਉਸਨੇ ਕਮਜ਼ੋਰ ਜਿਹੀ ਆਵਾਜ਼ ਵਿੱਚ ਕਿਹਾ, ਹਾਂ। ਤਾਂ ਫਿਰ ਰੱਬ ਤੇਰੀ ਬੇਗੁਨਾਹੀ ਸਾਬਤ ਕਰੇਗਾ। ਖੁਦ ਦੇ ਹੀ ਹਾਲਾਤ ਇਸ ਤਰ੍ਹਾਂ ਦੇ ਪੈਦਾ ਹੋ ਜਾਣਗੇ ਕਿ ਜੇ ਅਸੀਂ ਬੇਗੁਨਾਹ ਹਾਂ ਤਾਂ ਦੁਨੀਆ ਵਾਲਿਆਂ ਦੇ ਸਾਹਮਣੇ ਸਾਡੀ ਬੇਗੁਨਾਹੀ ਸਾਬਤ ਹੋ ਜਾਵੇਗੀ। ਪਰੇਸ਼ਾਨ ਨਾ ਹੋ, ਚੱਲ ਉੱਠ ਕੇ ਕੱਪੜੇ ਬਦਲ ਲਾ। ਫਿਰ ਮੇਰੇ ਪਾਪਾ ਤੇਰੇ ਨਾਲ ਕੁਝ ਜ਼ਰੂਰੀ ਗੱਲ ਕਰਨਾ ਚਾਹੁੰਦੇ ਨੇ। ਮੈਂ ਕੁਝ ਕਹਿੰਦੇ ਕਹਿੰਦੇ ਰੁਕ ਗਿਆ। ਅਮਨ ਨਾਲ ਸਿੱਧਾ ਸਾਫ਼ ਕੁਝ ਨਹੀਂ ਕਹਿਣਾ ਚਾਹੁੰਦਾ ਸੀ ਕਿ ਪਾਪਾ ਵਿਆਹ ਦੀ ਗੱਲ ਕਰਨਾ ਚਾਹੁੰਦੇ ਨੇ। ਮੈਨੂੰ ਹਜੇ ਇਹ ਸਮਾਂ ਸਹੀ ਨਹੀਂ ਲੱਗਿਆ। ਅੱਜ ਗੁਰਪ੍ਰੀਤ ਦੀ ਬਰਥਡੇ ਪਾਰਟੀ ਸੀ ਤੇ ਅਮਨ ਵੀ ਵਧੀਆ ਸੱਜ-ਧੱਜ ਕੇ ਤਿਆਰ ਹੋਈ ਸੀ। ਉਸਨੇ ਬਹੁਤ ਭਾਰਾ ਲਹਿੰਗਾ ਪਾਇਆ ਹੋਇਆ ਸੀ। ਮੰਗੇਤਰ ਦੀ ਜਨਮਦਿਨ ਦੀ ਪਾਰਟੀ ਸੀ ਤਾਂ ਤਿਆਰ ਹੋਣਾ ਆਮ ਗੱਲ ਸੀ, ਪਰ ਉਹ ਸ਼ਾਇਦ ਆਪਣੇ ਆਪ ਨੂੰ ਇੰਨੇ ਭਾਰੇ ਕੱਪੜਿਆਂ ਵਿੱਚ ਅਨਕੰਫਰਟੇਬਲ ਮਹਿਸੂਸ ਕਰ ਰਹੀ ਸੀ।
ਮੈਂ ਕਿਹਾ ਉੱਠ ਕੇ ਕੱਪੜੇ ਬਦਲ ਲਾ, ਥੋੜੇ ਖੁੱਲੇ ਕੱਪੜੇ ਪਾ ਲੈ, ਖੁਦ ਨੂੰ ਸਕੂਨ ਮਿਲੇਗਾ ਤੇ ਰੋਣਾ ਧੋਣਾ ਬੰਦ ਕਰ। ਮੈਂ ਹੌਲੀ ਜਿਹੀ ਕਿਹਾ। ਉਸਨੇ ਹੰਝੂ ਭਰੀਆਂ ਅੱਖਾਂ ਨਾਲ ਮੇਰੇ ਵੱਲ ਦੇਖਿਆ ਤੇ ਬੋਲੀ, ਰਾਜਿੰਦਰ, ਮੇਰੇ ਕੋਲ ਕੱਪੜੇ ਨਹੀਂ ਹੈ। ਮੈਂ ਖਾਲੀ ਹੱਥ ਆਈ ਸੀ। ਮੈਨੂੰ ਅਹਿਸਾਸ ਹੋਇਆ ਸੀ ਕਿ ਉਹ ਸੱਚ ਕਹਿ ਰਹੀ ਸੀ। ਮੇਰੇ ਘਰ ਵਿੱਚ ਮੇਰੀ ਮਾਂ ਤੋਂ ਇਲਾਵਾ ਕੋਈ ਦੂਜੀ ਔਰਤ ਨਹੀਂ ਸੀ ਤੇ ਮਾਂ ਹਮੇਸ਼ਾ ਸੂਟ ਪਾਉਂਦੀ ਸੀ। ਮੈਂ ਤੁਰੰਤ ਨੌਕਰਾਣੀ ਰਾਣੀ ਨੂੰ ਬੁਲਾਇਆ ਤੇ ਕਿਹਾ, ਬਾਜ਼ਾਰ ਜਾ ਤੇ ਅਮਨ ਦੇ ਲਈ ਕੱਪੜੇ ਲੈ ਕੇ ਆ। ਚੰਗੀ ਤਰ੍ਹਾਂ ਦੇਖ ਕੇ ਲਿਆਈ ਕਿ ਸਾਈਜ਼ ਕੀ ਆਵੇਗਾ। ਰਾਣੀ ਨੇ ਅਮਨ ਨੂੰ ਆਪਣੀਆਂ ਨਜ਼ਰਾਂ ਨਾਲ ਹੀ ਨਾਪ ਲਿਆ ਤੇ ਪੈਸੇ ਲੈ ਕੇ ਤੁਰੰਤ ਚਲੀ ਗਈ। ਉਧਰ ਮੈਂ ਅਮਨ ਨੂੰ ਸਮਝਾਉਣਾ ਸ਼ੁਰੂ ਕੀਤਾ, ਆਪਣੇ ਦਿਮਾਗ ਵਿੱਚੋਂ ਸਾਰੀ ਗੱਲਾਂ ਕੱਢ ਦੇ। ਪਾਪਾ ਥੋੜੀ ਦੇਰ ਵਿੱਚ ਹੀ ਆਉਣਗੇ ਤੇ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨਗੇ। ਕੀ ਗੱਲ ਕਰਨੀ ਹੈ ਜ਼ਰੂਰੀ ਗੱਲ? ਅੰਕਲ ਨੇ। ਉਹ ਘਬਰਾ ਗਏ। ਜਦੋਂ ਉਹ ਕਹਿਣਗੇ ਤਾਂ ਸੁਣ ਲਈ। ਬਸ ਇੰਨਾ ਜਾਣ ਲੈ ਕੇ ਕਦੇ ਕਦੇ ਸਾਨੂੰ ਆਪਣੀ ਮਰਜ਼ੀ ਦੇ ਖਿਲਾਫ ਵੀ ਫੈਸਲੇ ਲੈਣੇ ਪੈਂਦੇ ਨੇ, ਕਿਉਂਕਿ ਉਹ ਸਾਡੀ ਭਲਾਈ ਵਿੱਚ ਹੁੰਦੇ ਨੇ। ਮੈਂ ਇਸ਼ਾਰਿਆਂ ਵਿੱਚ ਇਹ ਗੱਲ ਕਹੀ ਸੀ। ਪੂਰੀ ਗੱਲ ਮੈਂ ਦੱਸਣਾ ਨਹੀਂ ਸੀ ਚਾਹੁੰਦਾ। ਅਜੇ ਸਹੀ ਸਮਾਂ ਨਹੀਂ ਮੈਨੂੰ ਲੱਗ ਰਿਹਾ ਸੀ। ਕੁਝ ਦੇਰ ਪਹਿਲਾਂ ਹੀ ਪਾਪਾ ਮੇਰੇ ਨਾਲ ਵਿਆਹ ਦੀ ਗੱਲ ਕਰਕੇ ਗਏ ਸੀ ਤੇ ਮੇਰਾ ਦਿਲ ਇਸ ਦੇ ਲਈ ਤਿਆਰ ਨਹੀਂ ਹੋ ਰਿਹਾ ਸੀ, ਪਰ ਦਿਮਾਗ ਕਹਿ ਰਿਹਾ ਸੀ ਕਿ ਫਿਲਹਾਲ ਇਹੀ ਸਹੀ ਹੋਵੇਗਾ। ਜੋ ਕੁਝ ਹੋਇਆ ਹੈ ਉਸ ਵਿੱਚ ਅਮਨ ਦਾ ਕੋਈ ਦੋਸ਼ ਨਹੀਂ। ਜੇ ਮੈਂ ਵੀ ਉਸ ਦਾ ਸਾਥ ਛੱਡ ਦੇਵਾਂ ਤਾਂ ਉਸ ਦੀ ਜ਼ਿੰਦਗੀ ਤਬਾਹ ਹੋ ਜਾਵੇਗੀ। ਲੋਕ ਉਸ ਨੂੰ ਗਲਤ ਨਿਗਾਹ ਨਾਲ ਦੇਖਣਗੇ ਤੇ ਉਸ ਦੇ ਚਰਿੱਤਰ ਤੇ ਸਵਾਲ ਚੁੱਕਣਗੇ। ਇਹੀ ਸੋਚ ਕੇ ਮੈਂ ਪਾਪਾ ਦੇ ਫੈਸਲੇ ਤੇ ਹਾਮੀ ਭਰਨ ਦਾ ਇਰਾਦਾ ਕਰ ਲਿਆ। ਮੈਂ ਅਮਨ ਵੱਲ ਦੇਖਦਾ ਹੋਇਆ ਕਹਿਣ ਲੱਗਾ ਕਿ ਹੁਣ ਜ਼ਿਆਦਾ ਸਵਾਲ ਨਾ ਪੁੱਛ, ਉੱਪਰ ਬੈੱਡ ਤੇ ਬੈਠ। ਫਸਟ ਏਡ ਬਾਕਸ ਵਿੱਚੋਂ ਟਿਊਬ ਕੱਢੀ ਤੇ ਉਸ ਤੇ ਆਪਣੇ ਜ਼ਖਮਾਂ ਤੇ ਲਗਾ ਲੈ। ਉਹ ਬਿਨਾਂ ਕੁਝ ਬੋਲੇ ਬੈੱਡ ਤੇ ਬੈਠੀ। ਮੈਂ ਅਲਮਾਰੀ ਵਿੱਚੋਂ ਫਸਟ ਏਡ ਬਾਕਸ ਕੱਢਿਆ ਤੇ ਟਿਊਬ ਉਸ ਦੇ ਵੱਲ ਵਧਾ ਦਿੱਤੀ। ਉਸਨੇ ਹੌਲੀ ਹੌਲੀ ਆਪਣੇ ਜ਼ਖਮਾਂ ਤੇ ਟਿਊਬ ਲਾਉਣੀ ਸ਼ੁਰੂ ਕੀਤੀ। ਮੈਂ ਕਿਹਾ, ਅਜੇ ਥੋੜੀ ਦੇਰ ਵਿੱਚ ਰਾਣੀ ਆਵੇਗੀ ਤੇ ਤੈਨੂੰ ਕੱਪੜੇ ਦੇ ਜਾਵੇਗੀ, ਚੰਗੀ ਤਰ੍ਹਾਂ ਤਿਆਰ ਹੋ ਜਾਈ। ਇਹ ਕਹਿ ਕੇ ਮੈਂ ਕਮਰੇ ਵਿੱਚੋਂ ਬਾਹਰ ਨਿਕਲ ਆਇਆ। ਅਮਨ ਆਪਣੇ ਜ਼ਖਮਾਂ ਤੇ ਮਲਮ ਲਗਾਉਣ ਲੱਗੀ, ਜ਼ਖਮ ਜੋ ਉਸਨੂੰ ਉਸਦੇ ਆਪਣਿਆਂ ਨੇ ਦਿੱਤੇ ਸੀ। ਪਾਪਾ ਨੇ ਮੰਮੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਰਾਜ਼ੀ ਕਰ ਲਿਆ ਸੀ ਤੇ ਫਿਰ ਕੁਝ ਦੇਰ ਬਾਅਦ ਪਾਪਾ ਅਮਨ ਦੇ ਕਮਰੇ ਵਿੱਚ ਗਏ। ਮੈਨੂੰ ਵੀ ਕਿਹਾ, ਤੂੰ ਵੀ ਨਾਲ ਚੱਲ, ਤੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ, ਪਰ ਮੈਂ ਮਨਾ ਕਰ ਦਿੱਤਾ। ਮੈਂ ਅਮਨ ਦੇ ਸਾਹਮਣੇ ਨਹੀਂ ਜਾਣਾ ਚਾਹੁੰਦਾ ਸੀ। ਸ਼ਾਇਦ ਮੈਨੂੰ ਸਾਹਮਣੇ ਦੇਖ ਕੇ ਉਹ ਕੋਈ ਸਹੀ ਫੈਸਲਾ ਨਾ ਲੈ ਪਾਉਂਦੀ, ਇਸ ਲਈ ਮੈਂ ਉੱਥੇ ਹਾਲ ਵਿੱਚ ਬੈਠ ਕੇ ਇੰਤਜ਼ਾਰ ਕਰ ਰਿਹਾ ਸੀ। ਗੈਸਟ ਰੂਮ ਹਾਲ ਦੇ ਠੀਕ ਸਾਹਮਣੇ ਸੀ ਤੇ ਇਸ ਟਾਈਮ ਕਮਰੇ ਦਾ ਦਰਵਾਜ਼ਾ ਖੁੱਲਿਆ ਹੋਇਆ ਸੀ। ਮੈਨੂੰ ਅੰਦਰੋਂ ਸਾਰੀਆਂ ਆਵਾਜ਼ਾਂ ਸਾਫ਼-ਸਾਫ਼ ਸੁਣਾਈ ਦੇ ਰਹੀਆਂ ਸੀ। ਅੰਕਲ, ਮੈਂ ਰਜਿੰਦਰ ਨਾਲ ਵਿਆਹ ਕਿਵੇਂ ਕਰ ਸਕਦੀ ਹਾਂ? ਤੇ ਰਜਿੰਦਰ ਭਲਾ ਮੇਰੇ ਵਰਗੀ ਕੁੜੀ ਨਾਲ ਵਿਆਹ ਕਿਉਂ ਕਰਵਾਵੇਗਾ, ਜਿਸ ਘਰ ਤੋਂ ਮੈਨੂੰ ਇਲਜ਼ਾਮ ਲਗਾ ਕੇ ਬੇਇੱਜ਼ਤ ਕਰਕੇ ਘਰੋਂ ਕੱਢ ਦਿੱਤਾ ਗਿਆ ਹੋਵੇ? ਅਮਨ ਦੀ ਆਵਾਜ਼ ਵਿੱਚ ਦਰਦ ਤੇ ਸਵਾਲ ਸੀ। ਉਹ ਪਲ ਮੈਨੂੰ ਫਿਰ ਤੋਂ ਯਾਦ ਆਉਣ ਲੱਗੇ ਤੇ ਮੈਂ ਖੁਦ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੇਰੀ ਮਾਂ ਨੇ ਮੇਰੇ ਮੋਢੇ ਤੇ ਹੱਥ ਰੱਖਿਆ, ਜਿਵੇਂ ਮੈਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਰਜਿੰਦਰ, ਖੁਦ ਨੂੰ ਸੰਭਾਲ, ਉਹਨੇ ਕਿਹਾ। ਮੈਂ ਤੇਰੇ ਪਾਪਾ ਦੇ ਫੈਸਲੇ ਦੇ ਖਿਲਾਫ ਨਹੀਂ ਆ। ਅਮਨ ਇੱਕ ਚੰਗੀ ਕੁੜੀ ਆ, ਮੈਨੂੰ ਬਹੁਤ ਪਸੰਦ ਹੈ। ਮੈਨੂੰ ਉਸ ਨੂੰ ਆਪਣੀ ਨੂੰਹ ਬਣਾਉਣ ਵਿੱਚ ਕੋਈ ਦਿੱਕਤ ਨਹੀਂ ਤੇ ਤੂੰ ਵੀ ਇਸ ਗੱਲ ਨੂੰ ਦਿਲ ਤੋਂ ਮੰਨ ਲਾ। ਇਹ ਕਹਿ ਕੇ ਮੰਮੀ ਵੀ ਅਮਨ ਦੇ ਕਮਰੇ ਵਿੱਚ ਚਲੀ ਗਈ। ਮੰਮੀ ਨੇ ਅਮਨ ਨੂੰ ਕਿਹਾ ਕਿ ਦੇਖ ਅਮਨ, ਇਹ ਟਾਈਮ ਜਜ਼ਬਾਤੀ ਹੋਣ ਦਾ ਨਹੀਂ, ਸਾਨੂੰ ਫੈਸਲੇ ਸਮਝਦਾਰੀ ਨਾਲ ਲੈਣੇ ਪੈਂਦੇ ਨੇ। ਜੋ ਹੋਇਆ ਉਸ ਨੂੰ ਭੁਲਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ। ਅਸੀਂ ਸਭ ਤੇਰੇ ਨਾਲ ਹਾਂ ਤੇ ਤੇਰੀ ਭਲਾਈ ਚਾਹੁੰਦੇ ਹਾਂ। ਦਿਮਾਗ ਨਾਲ ਸੋਚ ਅਮਨ, ਜੇ ਤੂੰ ਰਜਿੰਦਰ ਨਾਲ ਵਿਆਹ ਨਾ ਕਰਵਾਵੇਂਗੀ ਤਾਂ ਫਿਰ ਕਿੱਥੇ ਜਾਵੇਂਗੀ? ਪਾਪਾ ਦੀ ਆਵਾਜ਼ ਵਿੱਚ ਸਖਤੀ ਦੇ ਨਾਲ ਚਿੰਤਾ ਵੀ ਸੀ। ਜ਼ਾਹਰ ਜਿਹੀ ਗੱਲ ਹੈ, ਅਸੀਂ ਤੈਨੂੰ ਬਿਨਾਂ ਕਿਸੇ ਰਿਸ਼ਤੇ ਦੇ ਆਪਣੇ ਘਰ ਵਿੱਚ ਨਹੀਂ ਰੱਖ ਸਕਦੇ ਤੇ ਤੇਰਾ ਵਾਪਸ ਆਪਣੇ ਘਰੇ ਜਾਣਾ ਵੀ ਹੁਣ ਮੁਸ਼ਕਲ ਹੈ, ਕਿਉਂਕਿ ਉਹਨਾਂ ਨੇ ਹਮੇਸ਼ਾ ਦੇ ਲਈ ਤੇਰੇ ਨਾਲ ਨਾਤਾ ਤੋੜ ਲਿਆ। ਇਕੱਲੀ ਕਿਵੇਂ ਜ਼ਿੰਦਗੀ ਗੁਜ਼ਾਰੇਂਗੀ? ਇਸ ਲਈ ਕਹਿ ਰਹੇ ਹਾਂ ਕਿ ਤੈਨੂੰ ਇੱਕ ਮਜ਼ਬੂਤ ਸਹਾਰਾ ਚਾਹੀਦਾ। ਰਜਿੰਦਰ ਨਾਲ ਵਿਆਹ ਕਰਵਾ ਲੈ ਤੇ ਆਪਣੀ ਜ਼ਿੰਦਗੀ ਨੂੰ ਇੱਕ ਨਵੀਂ ਸ਼ੁਰੂਆਤ ਦੇਣ ਦੀ ਕੋਸ਼ਿਸ਼ ਕਰ। ਪਰ ਅੰਕਲ, ਅਮਨ ਦੀ ਆਵਾਜ਼ ਕੰਬ ਰਹੀ ਸੀ। ਪਾਪਾ ਨੇ ਉਸ ਦੀ ਗੱਲ ਕੱਟਦੇ ਹੋਏ ਕਿਹਾ, ਸਾਨੂੰ ਰਜਿੰਦਰ ਦੇ ਲਈ ਕੋਈ ਵੀ ਕੁੜੀ ਮਿਲ ਸਕਦੀ ਹੈ, ਪਰ ਅਸੀਂ ਤੇਰੇ ਬਾਰੇ ਵੀ ਸੋਚਣਾ ਹੈ ਤੇ ਜੇ ਅਸੀਂ ਅੱਜ ਖੁਦ ਕਰਜ਼ ਹੋ ਗਏ ਤੇ ਆਪਣੇ ਬੇਟੇ ਦਾ ਵਿਆਹ ਕਰ ਦਿੱਤਾ ਜਦ ਕਿ ਤੈਨੂੰ ਬੇਸਹਾਰਾ ਛੱਡ ਦਿੱਤਾ, ਤਾਂ ਰੱਬ ਸਾਨੂੰ ਇਸ ਦੀ ਸਜ਼ਾ ਦੇਵੇਗਾ, ਕਿਉਂਕਿ ਤੇਰੀ ਜ਼ਿੰਦਗੀ ਕਿਤੇ ਨਾ ਕਿਤੇ ਸਾਡੇ ਬੇਟੇ ਦੀ ਵਜ੍ਹਾ ਨਾਲ ਬਰਬਾਦ ਹੋਈ ਹੈ। ਇਸ ਬਰਬਾਦੀ ਦੇ ਪਿੱਛੇ ਸਾਡਾ ਬੇਟਾ ਵੀ ਖੜਾ ਹੈ, ਇਸ ਲਈ ਅਸੀਂ ਤੈਨੂੰ ਬੇਸਹਾਰਾ ਨਹੀਂ ਛੱਡ ਸਕਦੇ।
ਅਮਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ, ਪਰ ਉਸਨੇ ਹੌਲੀ ਜਿਹੀ ਕਿਹਾ, ਅੰਕਲ, ਮੈਂ ਕੋਈ ਫੈਸਲਾ ਲੈਣ ਤੋਂ ਪਹਿਲਾਂ ਇੱਕ ਵਾਰ ਰਜਿੰਦਰ ਨੂੰ ਮਿਲਣਾ ਚਾਹੁੰਦੀ ਹਾਂ। ਉਸਦੀ ਵੀ ਮਰਜ਼ੀ ਜਾਣਨਾ ਚਾਹੁੰਦੀ ਹਾਂ। ਆਪਣਾ ਨਾਮ ਸੁਣ ਕੇ ਮੈਂ ਬੇਚੈਨ ਹੋ ਗਿਆ। ਮੈਂ ਜਾਣਦਾ ਸੀ ਕਿ ਫਿਲਹਾਲ ਵਿਆਹ ਦੇ ਲਈ ਮੈਂ ਰਾਜ਼ੀ ਨਹੀਂ ਸੀ, ਪਰ ਪਾਪਾ ਦੀਆਂ ਗੱਲਾਂ ਤੇ ਅਮਨ ਦੀ ਹਾਲਤ ਨੂੰ ਦੇਖਦੇ ਹੋਏ ਮੈਂ ਖੁਦ ਨੂੰ ਇਸ ਵਿਆਹ ਤੋਂ ਪੂਰੀ ਤਰ੍ਹਾਂ ਅਲੱਗ ਨਹੀਂ ਕਰ ਪਾ ਰਿਹਾ ਸੀ। ਕੁਝ ਹੀ ਦੇਰ ਬਾਅਦ ਅਮਨ ਮੰਮੀ ਤੇ ਪਾਪਾ ਦੇ ਨਾਲ ਬਾਹਰ ਹਾਲ ਵਿੱਚ ਆਈ। ਉਸਦੀਆਂ ਨਜ਼ਰਾਂ ਮੈਨੂੰ ਸਵਾਲ ਕਰ ਰਹੀਆਂ ਸੀ। ਉਸਨੇ ਅੱਗੇ ਵੱਧ ਕੇ ਹੌਲੀ ਜਿਹੀ ਪੁੱਛਿਆ, ਰਜਿੰਦਰ, ਕੀ ਤੂੰ ਦਿਲ ਤੋਂ ਇਸ ਵਿਆਹ ਦੇ ਲਈ ਰਾਜ਼ੀ ਹੈ? ਮੈਂ ਉਸ ਵੱਲ ਦੇਖਿਆ ਤੇ ਕਿਹਾ, ਨਹੀਂ। ਉਸ ਦੀਆਂ ਅੱਖਾਂ ਵਿੱਚ ਹੰਝੂ ਆਏ ਸੀ ਤੇ ਫਿਰ ਅਮਨ ਨੇ ਹੈਰਾਨ ਹੋ ਕੇ ਪੁੱਛਿਆ, ਕਿਉਂ? ਮੈਂ ਡੂੰਘਾ ਸਾਹ ਲੈਂਦੇ ਹੋਏ ਕਿਹਾ, ਤੈਨੂੰ ਫਰਕ ਕੀ ਪੈਂਦਾ ਹੈ? ਤੈਨੂੰ ਇੱਕ ਸਹਾਰਾ ਚਾਹੀਦਾ, ਰਹਿਣ ਨੂੰ ਜਗ੍ਹਾ ਚਾਹੀਦੀ ਹੈ, ਇੱਜ਼ਤ ਚਾਹੀਦੀ ਹੈ, ਤੇ ਮੈਂ ਤੇਰੇ ਨਾਲ ਵਿਆਹ ਕਰਵਾ ਕੇ ਤੈਨੂੰ ਇਹ ਸਭ ਦੇਵਾਂਗਾ। ਰਹੀ ਗੱਲ ਮੇਰੀ ਮਰਜ਼ੀ ਦੀ, ਤਾਂ ਤੂੰ ਜਾਣਦੀ ਹੈ ਕਿ ਮੈਂ ਦਿਲ ਤੋਂ ਇਸ ਵਿਆਹ ਦੇ ਲਈ ਰਾਜ਼ੀ ਨਹੀਂ ਹਾਂ, ਕਿਉਂਕਿ ਮੈਂ ਜਾਣਦਾ ਹਾਂ ਕਿ ਤੂੰ ਗੁਰਪ੍ਰੀਤ ਨੂੰ ਪਿਆਰ ਕਰਦੀ ਹੈ ਤੇ ਕੁਝ ਹੀ ਦਿਨਾਂ ਵਿੱਚ ਤੇਰਾ ਉਸ ਨਾਲ ਵਿਆਹ ਹੋਣ ਵਾਲਾ ਸੀ। ਤਾਂ ਮੈਂ ਕਿਵੇਂ ਇੱਕ ਅਜਿਹੀ ਕੁੜੀ ਨੂੰ ਪਿਆਰ ਜਾਂ ਵਿਆਹ ਦੇ ਲਈ ਰਾਜ਼ੀ ਹੋ ਸਕਦਾ ਜੋ ਕਿਸੇ ਹੋਰ ਦੇ ਸੁਪਨੇ ਬਣ ਰਹੀ ਹੋਵੇ? ਮੇਰੀ ਗੱਲ ਸੁਣਦੇ ਹੀ ਅਮਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਸਨੇ ਆਪਣਾ ਸਿਰ ਝੁਕਾ ਲਿਆ। ਮੈਂ ਵੀ ਚੁੱਪ ਸੀ, ਪਰ ਫਿਰ ਮੈਂ ਕਿਹਾ ਕਿ ਫਿਰ ਵੀ ਮੈਂ ਪਾਪਾ ਦੇ ਫੈਸਲੇ ਨਾਲ ਸਹਿਮਤ ਹਾਂ। ਇਸ ਵਿੱਚ ਤੇਰੀ ਕੋਈ ਗਲਤੀ ਨਹੀਂ ਹੈ ਤੇ ਹਾਲਾਤ ਕੁਝ ਅਜਿਹੇ ਨੇ ਕਿ ਮੈਨੂੰ ਤੇਰੇ ਨਾਲ ਵਿਆਹ ਕਰਵਾਉਣਾ ਹੀ ਚਾਹੀਦਾ ਹੈ। ਕਈ ਵਾਰ ਸਾਨੂੰ ਆਪਣੇ ਮਨ ਨੂੰ ਮਾਰ ਕੇ ਵੀ ਫੈਸਲੇ ਲੈਣੇ ਪੈਂਦੇ ਨੇ, ਤੇ ਸ਼ਾਇਦ ਇਹਨਾਂ ਫੈਸਲਿਆਂ ਵਿੱਚ ਵੀ ਸਾਡੀ ਭਲਾਈ ਛੁਪੀ ਹੁੰਦੀ ਹੈ। ਅਮਨ ਨੇ ਆਪਣਾ ਸਿਰ ਚੱਕਿਆ ਤੇ ਆਪਣੇ ਹੰਝੂ ਪੂੰਝੇ ਤੇ ਫਿਰ ਹੌਲੀ ਜਿਹੀ ਪਾਪਾ ਵੱਲ ਦੇਖਦੇ ਹੋਏ ਕਿਹਾ, ਅੰਕਲ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਮੈਂ ਰਜਿੰਦਰ ਨਾਲ ਵਿਆਹ ਕਰਵਾਉਣ ਦੇ ਲਈ ਤਿਆਰ ਹਾਂ। ਇਹ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਉੱਥੇ ਸੋਫੇ ਤੇ ਬੈਠਾ ਰਿਹਾ। ਅਮਨ ਦੀ ਮਜਬੂਰੀ ਤੇ ਦਰਦ ਮੇਰੇ ਦਿਲ ਤੇ ਭਾਰਾ ਪੈ ਰਿਹਾ ਸੀ। ਉਹ ਜਿਵੇਂ ਕਿਸੇ ਮਜਬੂਰੀ ਦੇ ਚੱਲਦੇ ਹੋਏ ਇਹ ਫੈਸਲਾ ਲੈ ਰਹੀ ਸੀ। ਉਸਨੇ ਉਹ ਫੈਸਲਾ ਕਰਨਾ ਵੀ ਸੀ। ਉਸ ਨੂੰ ਗੁਰਪ੍ਰੀਤ ਨਾਲ ਬਹੁਤ ਪਿਆਰ ਸੀ। ਕਈ ਵਾਰ ਮੈਨੂੰ ਗੁਰਪ੍ਰੀਤ ਦੇ ਬਾਰੇ ਵਿੱਚ ਦੱਸਦੀ ਸੀ ਤੇ ਗੁਰਪ੍ਰੀਤ ਵੀ ਅਮਨ ਦੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕਰਦਾ ਸੀ। ਦੋਨਾਂ ਦੀ ਮੁਹੱਬਤ ਦਾ ਮੈਂ ਗਵਾਹ ਸੀ, ਪਰ ਇੱਕ ਪਲ ਵਿੱਚ ਸਭ ਕੁਝ ਖਿਲਰ ਗਿਆ ਸੀ। ਮੈਂ ਆਪਣੇ ਵਿਚਾਰਾਂ ਵਿੱਚ ਗਵਾਚਿਆ ਹੋਇਆ ਸੀ ਤਾਂ ਪਾਪਾ ਦੀ ਆਵਾਜ਼ ਨੇ ਮੈਨੂੰ ਹੈਰਾਨ ਕਰ ਦਿੱਤਾ, ਫਿਰ ਪਰਸੋਂ ਪੰਡਿਤ ਜੀ ਨੂੰ ਬੁਲਾ ਕੇ ਸਾਦਗੀ ਨਾਲ ਵਿਆਹ ਕਰਵਾ ਲੈਂਦੇ ਆ। ਉਹਨਾਂ ਨੇ ਮੰਮੀ ਨੂੰ ਕਿਹਾ ਕਿ ਹਾਂ ਸੁਖਜੀਤ, ਤੂੰ ਅਮਨ ਨੂੰ ਬਾਜ਼ਾਰ ਲੈ ਕੇ ਚਲੀ ਜਾਈਂ ਤੇ ਉਸ ਨੂੰ ਸ਼ਾਪਿੰਗ ਕਰਾ ਦੇ। ਮੰਮੀ ਨੇ ਸਹਿਮਤੀ ਵਿੱਚ ਸਿਰ ਹਿਲਾਇਆ ਤੇ ਪਾਪਾ ਆਪਣੇ ਕਮਰੇ ਵਿੱਚ ਚਲੇ ਗਏ। ਮੈਂ ਉੱਥੇ ਸੋਫੇ ਤੇ ਟਿਕ ਕੇ ਬੈਠਾ ਰਿਹਾ। ਕੁਝ ਘੰਟੇ ਪਹਿਲਾਂ ਹੋਏ ਹਾਦਸੇ ਦੀਆਂ ਤਸਵੀਰਾਂ ਮੇਰੇ ਅੱਖਾਂ ਦੇ ਸਾਹਮਣੇ ਘੁੰਮ ਰਹੀਆਂ ਸੀ। ਅਮਨ ਆਪਣੀ ਮਾਂ ਦੇ ਨਾਲ ਰਹਿੰਦੀ ਸੀ ਤੇ ਗੁਰਪ੍ਰੀਤ ਉਸ ਦਾ ਗੁਆਂਢੀ ਸੀ। ਗੁਰਪ੍ਰੀਤ ਨੇ ਅਮਨ ਨੂੰ ਆਉਂਦੇ ਜਾਂਦੇ ਦੇਖਿਆ ਤੇ ਉਸ ਨੂੰ ਪਸੰਦ ਕਰ ਲਿਆ। ਉਹ ਉਸ ਨੂੰ ਦੀਵਾਨਿਆਂ ਦੀ ਤਰ੍ਹਾਂ ਚਾਹੁਣ ਲੱਗਿਆ। ਆਖਰਕਾਰ ਉਸਨੇ ਆਪਣੀ ਮਾਂ ਨੂੰ ਕਹਿ ਕੇ ਅਮਨ ਦੇ ਲਈ ਰਿਸ਼ਤਾ ਭੇਜਿਆ। ਅਮਨ ਇੱਕ ਗਰੀਬ ਖਾਨਦਾਨ ਦੀ ਕੁੜੀ ਸੀ ਤੇ ਬੇਹੱਦ ਖੂਬਸੂਰਤ, ਇੰਨੀ ਕਿ ਦੇਖਣ ਵਾਲਾ ਉਸ ਨੂੰ ਨਜ਼ਰਾਂ ਤੋਂ ਪਰੇ ਨਹੀਂ ਕਰ ਸਕਦਾ ਸੀ। ਉਹ ਪੜ੍ਹੀ ਲਿਖੀ ਸੀ ਤੇ ਟਿਊਸ਼ਨ ਪੜ੍ਹਾ ਕੇ ਆਪਣਾ ਗੁਜ਼ਾਰਾ ਕਰਦੀ ਸੀ। ਗੁਰਪ੍ਰੀਤ ਇੱਕ ਅਮੀਰ ਘਰ ਦਾ ਮੁੰਡਾ ਸੀ। ਉਸਦੀ ਮਾਂ ਚਾਹੁੰਦੀ ਸੀ ਕਿ ਉਹ ਕਿਸੇ ਅਮੀਰ ਘਰਾਣੇ ਦੀ ਕੁੜੀ ਨਾਲ ਵਿਆਹ ਕਰਵਾਵੇ, ਪਰ ਗੁਰਪ੍ਰੀਤ ਦੀ ਜਿੱਦ ਦੇ ਅੱਗੇ ਉਸ ਨੂੰ ਝੁਕਣਾ ਪਿਆ ਤੇ ਅਮਨ ਨਾਲ ਉਸਦੀ ਮੰਗਣੀ ਕਰਵਾ ਦਿੱਤੀ। ਮੰਗਣੀ ਤੋਂ ਬਾਅਦ ਦੋਨੇ ਘਰਾਂ ਵਿੱਚ ਆਉਣਾ ਜਾਣਾ ਵੀ ਸ਼ੁਰੂ ਹੋ ਗਿਆ। ਗੁਰਪ੍ਰੀਤ ਤੇ ਅਮਨ ਅਕਸਰ ਮਿਲਦੇ ਜੁਲਦੇ ਹੀ ਰਹਿੰਦੇ ਸੀ, ਕਿਉਂਕਿ ਗੁਰਪ੍ਰੀਤ ਮੇਰਾ ਬਹੁਤ ਕਰੀਬੀ ਦੋਸਤ ਸੀ। ਉਸਦੀ ਤੇ ਅਮਨ ਦੀ ਮੁਹੱਬਤ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀ। ਗੁਰਪ੍ਰੀਤ ਆਪਣੀ ਹਰ ਗੱਲ ਮੇਰੇ ਨਾਲ ਸਾਂਝੀ ਕਰਦਾ ਸੀ। ਦੋਨਾਂ ਦੀ ਮੰਗਣੀ ਨੂੰ ਮੁਸ਼ਕਲ ਨਾਲ 2 ਹੀ ਮਹੀਨੇ ਹੋਏ ਸੀ ਕਿ ਅਮਨ ਤੇ ਇੱਕ ਬਹੁਤ ਵੱਡਾ ਦੁੱਖਾਂ ਦਾ ਪਹਾੜ ਟੁੱਟ ਗਿਆ। ਉਸਦੀ ਮਾਂ ਇੱਕ ਸੜਕ ਹਾਦਸੇ ਵਿੱਚ ਚੱਲ ਵਸੀ। ਉਹ ਬਾਜ਼ਾਰ ਕੁਝ ਸਮਾਨ ਲੈਣ ਗਈ ਸੀ। ਉਦੋਂ ਹੀ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਉਹ ਉੱਥੇ ਹੀ ਮੌਕੇ ਤੇ ਦਮ ਤੋੜ ਗਈ। ਇਹ ਸਦਮਾ ਅਮਨ ਦੇ ਲਈ ਬੇਹੱਦ ਡੂੰਘਾ ਸੀ। ਉਹ ਅੰਦਰ ਤੋਂ ਪੂਰੀ ਤਰ੍ਹਾਂ ਟੁੱਟ ਗਈ ਸੀ। ਅਜਿਹੇ ਹਾਲਾਤ ਵਿੱਚ ਗੁਰਪ੍ਰੀਤ ਹੀ ਸੀ ਜਿਸ ਨੇ ਉਸ ਨੂੰ ਸੰਭਾਲਿਆ ਸੀ। ਕੋਈ ਵੀ ਨਜ਼ਦੀਕੀ ਰਿਸ਼ਤੇਦਾਰ ਉਸਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਸੀ। ਇਕੱਲੀ ਜਵਾਨ ਕੁੜੀ ਕਿਸ ਤਰ੍ਹਾਂ ਘਰੇ ਰਹਿ ਪਾਉਂਦੀ? ਗੁਰਪ੍ਰੀਤ ਨੇ ਆਪਣੀ ਮਾਂ ਨਾਲ ਗੱਲ ਕੀਤੀ ਤੇ ਅਮਨ ਨੂੰ ਆਪਣੇ ਘਰ ਲੈ ਆਇਆ। ਗੁਰਪ੍ਰੀਤ ਦੀ ਮਾਂ ਅਮਨ ਨੂੰ ਪਸੰਦ ਤਾਂ ਨਹੀਂ ਕਰਦੀ ਸੀ, ਪਰ ਬੇਟੇ ਦੀ ਜਿੱਦ ਅੱਗੇ ਉਹਨਾਂ ਨੇ ਹਾਰ ਮੰਨ ਲਈ। ਕੁਝ ਹੀ ਦਿਨਾਂ ਵਿੱਚ ਗੁਰਪ੍ਰੀਤ ਤੇ ਅਮਨ ਦੇ ਵਿਆਹ ਦੀ ਤਰੀਕ ਤੈਅ ਹੋ ਗਈ। ਉਸ ਤੋਂ ਪਹਿਲਾਂ ਗੁਰਪ੍ਰੀਤ ਦਾ ਜਨਮ ਦਿਨ ਆ ਗਿਆ। ਅਮਨ ਨੇ ਬਹੁਤ ਮਿਹਨਤ ਨਾਲ ਉਸਦੀ ਬਰਥਡੇ ਪਾਰਟੀ ਦੀਆਂ ਤਿਆਰੀਆਂ
ਕੀਤੀਆਂ ਸੀ। ਮੈਂ ਵੀ ਗੁਰਪ੍ਰੀਤ ਦੇ ਬੁਲਾਉਣ 'ਤੇ ਪਾਰਟੀ ਵਿੱਚ ਪਹੁੰਚਿਆ ਸੀ। ਕਿਉਂਕਿ ਮੈਂ ਗੁਰਪ੍ਰੀਤ ਦਾ ਦੋਸਤ ਸੀ, ਅਮਨ ਦੇ ਨਾਲ ਵੀ ਮੇਰੀ ਚੰਗੀ ਜਾਣ ਪਹਿਚਾਣ ਹੋ ਗਈ ਸੀ। ਉਹ ਮੇਰੇ ਨਾਲ ਖੁੱਲ੍ਹ ਕੇ ਗੱਲਾਂ ਕਰਨ ਲੱਗੀ ਸੀ ਤੇ ਮੈਂ ਵੀ ਸ਼ਾਇਰੀ ਦਾ ਸ਼ੌਕੀਨ ਸੀ, ਜਿਸ ਨੂੰ ਅਮਨ ਪਸੰਦ ਕਰਦੀ ਸੀ। ਉਸ ਦਿਨ ਅਮਨ ਨੇ ਮੈਨੂੰ ਕਿਹਾ ਕਿ ਰਜਿੰਦਰ, ਮੇਰੀ ਥੋੜ੍ਹੀ ਜਿਹੀ ਮਦਦ ਕਰ ਦੇ। ਮੈਂ ਗੁਰਪ੍ਰੀਤ ਲਈ ਕੁਝ ਕਾਰਡ ਬਣਾਏ ਨੇ ਤੇ ਚਾਹੁੰਦੀ ਹਾਂ ਕਿ ਤੂੰ ਆਪਣੀ ਲਿਖੀ ਹੋਈ ਸ਼ਾਇਰੀ ਲਿਖ ਦੇ। ਤੇ ਗੁਰਪ੍ਰੀਤ ਮੈਨੂੰ ਹੋਰ ਵੀ ਜ਼ਿਆਦਾ ਪਿਆਰ ਕਰਨ ਲੱਗੇ। ਮੈਂ ਹੱਸ ਕੇ ਬੋਲਿਆ, ਗੁਰਪ੍ਰੀਤ ਤਾਂ ਵੈਸੇ ਵੀ ਤੇਰਾ ਦੀਵਾਨਾ ਹੈ, ਉਸਨੂੰ ਸ਼ਾਇਰੀ ਦੀ ਜ਼ਰੂਰਤ ਨਹੀਂ। ਪਰ ਅਮਨ ਨੇ ਮੇਰੇ ਹੱਥ ਵਿੱਚ ਕਾਰਡ ਫੜਾ ਕੇ ਕਿਹਾ, ਫਿਰ ਵੀ ਤੁਸੀਂ ਕੁਝ ਲਿਖ ਦਿਓ। ਮੈਂ ਕਾਰਡ ਆਪਣੇ ਹੱਥ ਵਿੱਚ ਲੈ ਲਿਆ ਸੀ ਤੇ ਅਚਾਨਕ ਕਿਸੇ ਨੇ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ। ਅਸੀਂ ਦੋਨੇ ਇੱਕਦਮ ਹੈਰਾਨ ਹੋ ਗਏ ਤੇ ਦਰਵਾਜ਼ਾ ਖੜਕਾਉਣ ਲੱਗੇ, ਪਰ ਕੋਈ ਨਹੀਂ ਆਇਆ। 10 ਮਿੰਟ ਬਾਅਦ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਗੁਰਪ੍ਰੀਤ, ਉਸਦੀ ਮਾਂ ਤੇ ਬਾਕੀ ਰਿਸ਼ਤੇਦਾਰ ਖੜੇ ਸੀ। ਸਭ ਦੀਆਂ ਅੱਖਾਂ ਵਿੱਚ ਗੁੱਸਾ ਤੇ ਸ਼ੱਕ ਸਾਫ਼ ਨਜ਼ਰ ਆ ਰਿਹਾ ਸੀ। ਅਮਨ ਰੋਂਦੇ ਹੋਏ ਗੁਰਪ੍ਰੀਤ ਵੱਲ ਵਧੀ। ਗੁਰਪ੍ਰੀਤ, ਮੈਨੂੰ ਨਹੀਂ ਪਤਾ ਸੀ ਕਿ ਕਿਸ ਨੇ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ। ਮੈਂ ਸੱਚ ਕਹਿ ਰਹੀ ਹਾਂ। ਪਰ ਇਸ ਤੋਂ ਪਹਿਲਾਂ ਕਿ ਉਹ ਕੁਝ ਹੋਰ ਕਹਿ ਪਾਉਂਦੀ, ਗੁਰਪ੍ਰੀਤ ਦੀ ਮਾਂ ਨੇ ਉਸ ਨੂੰ ਖਿੱਚ ਕੇ ਇੱਕ ਜ਼ੋਰਦਾਰ ਥੱਪੜ ਮਾਰ ਦਿੱਤਾ। ਬੇਸ਼ਰਮ, ਬੇਹਯਾ, ਤੈਨੂੰ ਸ਼ਰਮ ਨਹੀਂ ਆਈ? 8 ਦਿਨ ਬਾਅਦ ਤੇਰਾ ਵਿਆਹ ਸੀ ਤੇ ਤੈਨੂੰ ਇੰਨੀ ਛੇਤੀ ਸੀ ਕਿ ਕਿਸੇ ਗੈਰ ਮਰਦ ਦੇ ਨਾਲ ਬੰਦ ਕਮਰੇ ਵਿੱਚ ਸ਼ੀਸ਼ੀ। ਮੈਨੂੰ ਬੋਲਦੇ ਹੋਏ ਵੀ ਸ਼ਰਮ ਆ ਰਹੀ ਹੈ? ਮੈਂ ਤੇਰੇ ਅੰਦਰ ਇੰਨੀ ਹੀ ਅੱਗ ਸੀ ਤਾਂ ਮੈਨੂੰ ਪਹਿਲਾਂ ਦੱਸ ਦਿੰਦੀ, ਮੈਂ ਤੇਰਾ ਗੁਰਪ੍ਰੀਤ ਦੇ ਨਾਲ ਵਿਆਹ ਪਹਿਲਾਂ ਹੀ ਕਰਵਾ ਦਿੰਦੀ। ਪਰ ਨਹੀਂ, ਤੂੰ ਬਾਹਰ ਮੂੰਹ ਮਾਰ ਕੇ ਆਪਣੀ ਅੱਗ ਠੰਡੀ ਕਰਨਾ ਚਾਹੁੰਦੀ ਸੀ। ਇਹ ਸੁਣ ਕੇ ਮੈਂ ਪੂਰੀ ਤਰ੍ਹਾਂ ਸੁੰਨ ਹੋ ਗਿਆ। ਅਮਨ ਦੀਆਂ ਅੱਖਾਂ ਵਿੱਚ ਹੰਝੂ ਸੀ ਤੇ ਉਸਨੇ ਕੰਬਦੇ ਹੋਏ ਕਿਹਾ, ਨਹੀਂ ਆਂਟੀ ਜੀ, ਤੁਸੀਂ ਗਲਤ ਸਮਝ ਰਹੇ ਹੋ। ਮੈਂ ਤਾਂ ਬਸ ਰਜਿੰਦਰ ਤੋਂ ਕੁਝ ਮਦਦ ਮੰਗ ਰਹੀ ਸੀ। ਮੈਂ ਗੁਰਪ੍ਰੀਤ ਦੇ ਲਈ ਕੁਝ ਕਾਰਡ ਬਣਾਏ ਸੀ, ਉਹਨਾਂ ਤੇ ਸ਼ਾਇਰੀ ਲਿਖਵਾਉਣੀ ਸੀ। ਉਸਨੇ ਕਾਰਡ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਗੁਰਪ੍ਰੀਤ ਦੀ ਮਾਂ ਨੇ ਉਹਨਾਂ ਕਾਰਡਾਂ ਨੂੰ ਦੂਰ ਸੁੱਟ ਦਿੱਤਾ। ਬਹੁਤ ਹੋ ਗਿਆ ਨਾਟਕ। ਗੁਰਪ੍ਰੀਤ, ਤੂੰ ਖੁਦ ਦੇਖਿਆ ਹੈ ਨਾ, ਇਹ ਦੋਨੋਂ ਬੰਦ ਕਮਰੇ ਵਿੱਚ ਇਕੱਲੇ। ਮੈਂ ਤਾਂ ਇਹਨਾਂ ਨੂੰ ਬਹੁਤ ਗਲਤ ਹਾਲਤ ਵਿੱਚ ਨੇੜੇ ਤੋਂ ਦੇਖਿਆ ਹੈ। ਇਹ ਸੁਣ ਕੇ ਮੇਰੀਆਂ ਅੱਖਾਂ ਸ਼ਰਮ ਨਾਲ ਝੁਕ ਗਈਆਂ। ਮੈਂ ਕੁਝ ਬੋਲ ਹੀ ਨਹੀਂ ਸਕਿਆ। ਅਮਨ ਟੁੱਟ ਚੁੱਕੀ ਸੀ ਤੇ ਗੁਰਪ੍ਰੀਤ ਦੀ ਮਾਂ ਦੇ ਲਗਾਏ ਆਰੋਪਾਂ ਨਾਲ ਉਹ ਸਦਮੇ ਵਿੱਚ ਆ ਗਈ। ਗੁਰਪ੍ਰੀਤ ਦੇ ਮਾਂ ਨੇ ਮੇਰੀ ਗੱਲ ਵਿੱਚ ਹੀ ਕੱਟਦੇ ਹੋਏ ਕਿਹਾ, ਦੇਖੋ ਗੁਰਪ੍ਰੀਤ, ਮੈਂ ਤੇਰੀਆਂ ਅੱਖਾਂ ਦੇ ਸਾਹਮਣੇ ਸੱਚਾਈ ਰੱਖ ਦਿੱਤੀ ਹੈ। ਇਸ ਤਰ੍ਹਾਂ ਦੀ ਗਲਤ ਸੋਚ ਵਾਲੀ ਕੁੜੀ ਨੂੰ ਆਪਣੇ ਘਰ ਦੀ ਨੂੰਹ ਬਣਾਉਣਾ ਕਿਸੇ ਵੀ ਹਾਲ ਵਿੱਚ ਸਹੀ ਫੈਸਲਾ ਨਹੀਂ ਹੋ ਸਕਦਾ। ਹੁਣ ਫੈਸਲਾ ਤੇਰੇ ਹੱਥ ਵਿੱਚ ਹੈ। ਮੈਂ ਗੁਰਪ੍ਰੀਤ ਦੇ ਵੱਲ ਵੇਖਿਆ, ਆਪਣੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ। ਗੁਰਪ੍ਰੀਤ, ਇਹ ਸਭ ਗਲਤਫਹਿਮੀ ਹੈ। ਦਰਵਾਜ਼ਾ ਕਿਸੇ ਨੇ ਬਾਹਰੋਂ ਬੰਦ ਕੀਤਾ ਸੀ। ਮੈਂ ਇੱਥੇ ਸਿਰਫ ਅਮਨ ਦੀ ਮਦਦ ਕਰਨ ਆਇਆ ਸੀ। ਤੈਨੂੰ ਮੇਰੇ ਤੇ ਆਪਣੀ ਮੰਗੇਤਰ ਅਮਨ ਤੇ ਯਕੀਨ ਨਹੀਂ ਹੈ? ਪਰ ਗੁਰਪ੍ਰੀਤ ਦੀਆਂ ਅੱਖਾਂ ਵਿੱਚ ਵਿਸ਼ਵਾਸ ਦੀ ਜਗ੍ਹਾ ਸ਼ੱਕ ਤੇ ਗੁੱਸਾ ਸੀ। ਉਸਨੇ ਮੇਰੇ ਵੱਲ ਦੇਖਦੇ ਹੋਏ ਕਿਹਾ, ਰਜਿੰਦਰ, ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਤੂੰ ਅਜਿਹਾ ਕਰ ਸਕਦਾ। ਤੂੰ ਮੇਰੀ ਤੇ ਅਮਨ ਦੀ ਮੁਹੱਬਤ ਤੋਂ ਚੰਗੀ ਤਰ੍ਹਾਂ ਵਾਕਿਫ ਸੀ, ਫਿਰ ਵੀ ਤੂੰ ਅਜਿਹਾ ਘਟੀਆ ਕਦਮ ਚੱਕਿਆ। ਤੈਨੂੰ ਮੈਂ ਕਦੇ ਮਾਫ਼ ਨਹੀਂ ਕਰੂੰਗਾ। ਫਿਰ ਉਸਨੇ ਅਮਨ ਦੇ ਵੱਲ ਮੁੜਦੇ ਹੋਏ ਕਿਹਾ ਕਿ ਤੈਨੂੰ ਮੈਂ ਕਿੰਨਾ ਪਿਆਰ ਕਰਦਾ ਸੀ। ਵਿਆਹ ਕਰਵਾ ਕੇ ਹਮੇਸ਼ਾ ਦੇ ਲਈ ਇਸ ਘਰ ਵਿੱਚ ਦਿਲ ਵਿੱਚ ਜਗ੍ਹਾ ਦੇਣ ਵਾਲਾ ਸੀ, ਪਰ ਤੂੰ ਸਭ ਕੁਝ ਖਤਮ ਕਰ ਦਿੱਤਾ। ਅਮਨ ਕੁਝ ਕਹਿਣ ਦੀ ਕੋਸ਼ਿਸ਼ ਕਰਦੀ, ਇਸ ਤੋਂ ਪਹਿਲਾਂ ਹੀ ਗੁਰਪ੍ਰੀਤ ਨੇ ਗੁੱਸੇ ਵਿੱਚ ਆ ਕੇ ਅਮਨ ਦੀ ਗੱਲ ਤੇ ਇੱਕ ਜ਼ੋਰਦਾਰ ਥੱਪੜ ਮਾਰਿਆ ਸੀ, ਜਿਸ ਨਾਲ ਉਹ ਦੂਰ ਜਾ ਕੇ ਡਿੱਗੀ ਸੀ। ਅਮਨ ਛੇਤੀ ਉੱਠੀ ਤੇ ਗੁਰਪ੍ਰੀਤ ਦੇ ਵੱਲ ਰੋਂਦੇ ਹੋਏ ਬੋਲੀ, ਗੁਰਪ੍ਰੀਤ, ਮੇਰਾ ਵਿਸ਼ਵਾਸ ਕਰ, ਇਹ ਸਭ ਗਲਤਫਹਿਮੀ ਹੈ। ਮੈਨੂੰ ਲੱਗਦਾ ਹੈ ਕਿ ਤੇਰੀ ਮਾਂ ਨਹੀਂ ਚਾਹੁੰਦੀ ਕਿ ਸਾਡਾ ਵਿਆਹ ਹੋਵੇ, ਇਸ ਲਈ ਇਹਨਾਂ ਨੇ ਜਾਣ-ਬੁੱਝ ਕੇ ਸਾਨੂੰ ਕਮਰੇ ਵਿੱਚ ਬੰਦ ਕੀਤਾ ਸੀ। ਪਲੀਜ਼ ਮੇਰਾ ਯਕੀਨ ਕਰੋ। ਪਰ ਗੁਰਪ੍ਰੀਤ ਦਾ ਗੁੱਸਾ ਘੱਟ ਨਹੀਂ ਹੋ ਰਿਹਾ ਸੀ। ਉਸਨੇ ਕਿਹਾ, ਹੁਣ ਤੇਰੀ ਮੇਰੀ ਜ਼ਿੰਦਗੀ ਵਿੱਚ ਕੋਈ ਜਗ੍ਹਾ ਨਹੀਂ ਹੈ। ਹੁਣ ਇਸੇ ਵਕਤ ਇੱਥੋਂ ਚਲੀ ਜਾ। ਅਮਨ ਫੁੱਟ-ਫੁੱਟ ਕੇ ਰੋਣ ਲੱਗੀ। ਗੁਰਪ੍ਰੀਤ, ਮੈਂ ਕਿੱਥੇ ਜਾਊਂਗੀ? ਤੇਰੇ ਬਿਨਾਂ ਮੇਰਾ ਕੋਈ ਨਹੀਂ। ਮੈਂ ਇੱਥੇ ਕਿਤੇ ਨਹੀਂ ਜਾਊਂਗੀ। ਮੈਂ ਵੀ ਅੱਗੇ ਵੱਧ ਕੇ ਗੁਰਪ੍ਰੀਤ ਨੂੰ ਕਹਿਣ ਲੱਗਿਆ, ਗੁਰਪ੍ਰੀਤ, ਸਮਝਣ ਦੀ ਕੋਸ਼ਿਸ਼ ਕਰ। ਮੈਂ ਅਜਿਹਾ ਗਲਤ ਕਦਮ ਨਹੀਂ ਉਠਾ ਸਕਦਾ। ਇਹ ਸਿਰਫ ਇੱਕ ਗਲਤਫਹਿਮੀ ਹੈ। ਪਰ ਉਦੋਂ ਹੀ ਗੁਰਪ੍ਰੀਤ ਦੀ ਮਾਂ ਫਿਰ ਤੋਂ ਸਾਹਮਣੇ ਆ ਗਈ ਤੇ ਮੇਰੀ ਗੱਲ ਨੂੰ ਵਿੱਚ ਹੀ ਰੋਕਦੇ ਹੋਏ ਬੋਲੀ, ਰਜਿੰਦਰ, ਹੁਣ ਹੋਰ ਕੁਝ ਨਾ ਕਹਿ, ਫੈਸਲਾ ਹੋ ਚੁੱਕਿਆ ਹੈ। ਗੁਰਪ੍ਰੀਤ ਦੀ ਮਾਂ ਨੇ ਮੇਰੀ ਗੱਲ ਵਿੱਚ ਹੀ ਰੋਕਦੇ ਕਿਹਾ, ਜੇ ਤੂੰ ਕੁਝ ਗਲਤ ਨਹੀਂ ਕੀਤਾ ਤਾਂ ਦੱਸ, ਤੂੰ ਅਮਨ ਦੇ ਕਮਰੇ ਵਿੱਚ ਕੀ ਕਰ ਰਿਹਾ ਸੀ? ਪੁੱਛ ਗੁਰਪ੍ਰੀਤ, ਆਪਣੇ ਦੋਸਤ ਨੂੰ ਪੁੱਛ। ਗੁਰਪ੍ਰੀਤ ਨੇ ਮੇਰੇ ਵੱਲ ਘੂਰਦੇ ਹੋਏ ਕਿਹਾ, ਦੱਸ ਰਜਿੰਦਰ, ਤੂੰ ਅਮਨ ਦੇ ਕਮਰੇ ਵਿੱਚ ਕੀ ਕਰ ਰਿਹਾ ਸੀ? ਤੇ ਹੁਣ ਮੈਨੂੰ ਆਪਣਾ ਦੋਸਤ ਨਾ ਕਹਿ।
ਤੇਰੇ ਵਰਗੇ ਲੋਕਾਂ ਨੂੰ ਮੈਂ ਦੋਸਤ ਨਹੀਂ ਮੰਨਦਾ। ਮੈਂ ਜਵਾਬ ਦਿੱਤਾ, ਤੂੰ ਪਾਗਲ ਹੋ ਗਿਆ ਹੈ ਗੁਰਪ੍ਰੀਤ, ਇਹੋ ਜਿਹੀਆਂ ਗੱਲਾਂ ਕਰ ਰਿਹਾ। ਮੈਂ ਕੋਈ ਗਲਤ ਹਰਕਤ ਕਰੂੰਗਾ? ਅਮਨ ਤਾਂ ਮੇਰੀ ਛੋਟੀ ਭੈਣ ਵਰਗੀ ਹੈ। ਅਸੀਂ ਤੇਰੇ ਜਨਮ ਦਿਨ ਦੇ ਲਈ ਕਾਰਡ ਬਣਾ ਰਹੇ ਸੀ। ਆਂਟੀ ਤੁਸੀਂ ਝੂਠ ਕਿਉਂ ਬੋਲ ਰਹੇ ਹੋ? ਦੱਸੋ, ਗੁਰਪ੍ਰੀਤ ਨੂੰ ਅਸੀਂ ਕਾਰਡ ਹੀ ਬਣਾ ਰਹੇ ਸੀ। ਗੁਰਪ੍ਰੀਤ ਦੀ ਮਾਂ ਗੁੱਸੇ ਵਿੱਚ ਬੋਲੀ, ਤੂੰ ਝੂਠ ਬੋਲ ਰਿਹਾ ਹੈ। ਮੈਂ ਤੈਨੂੰ ਗਲਤ ਹਾਲਤ ਵਿੱਚ ਦੇਖਿਆ ਸੀ। ਆਪਣਾ ਗੁਨਾਹ ਮੰਨ ਲਾ ਤੇ ਇਸ ਕੁੜੀ ਨੂੰ ਆਪਣੇ ਨਾਲ ਲੈ ਜਾ। ਹੁਣ ਇਸ ਨੂੰ ਮੈਂ ਆਪਣੇ ਘਰ ਵਿੱਚ ਬਿਲਕੁਲ ਬਰਦਾਸ਼ਤ ਨਹੀਂ ਕਰੂੰਗੀ। ਇਹ ਕਹਿੰਦੇ ਹੋਏ ਉਹਨਾਂ ਨੇ ਅਮਨ ਨੂੰ ਇੰਨੀ ਜ਼ੋਰ ਨਾਲ ਧੱਕਾ ਦਿੱਤਾ ਕਿ ਉਹ ਦੂਰ ਜਾ ਡਿੱਗੀ। ਟੇਬਲ ਦਾ ਕੋਨਾ ਉਸਦੇ ਸਿਰ ਵਿੱਚ ਟਕਰਾ ਗਿਆ ਤੇ ਖੂਨ ਵਗਣ ਲੱਗਾ। ਪਰ ਅਮਨ ਨੂੰ ਆਪਣੀ ਚੋਟ ਦੀ ਬਿਲਕੁਲ ਵੀ ਪਰਵਾਹ ਨਹੀਂ ਸੀ, ਕਿਉਂਕਿ ਜੋ ਦਰਦ ਉਸਦੇ ਦਿਲ ਵਿੱਚ ਮਹਿਸੂਸ ਹੋ ਰਿਹਾ ਸੀ ਉਹ ਕਿਤੇ ਜ਼ਿਆਦਾ ਡੂੰਘਾ ਸੀ। ਉਸਦੀ ਸੱਸ, ਉਸਦਾ ਹੋਣ ਵਾਲਾ ਪਤੀ ਉਸ ਨੂੰ ਬਿਨਾਂ ਕੁਝ ਸੁਣੇ ਹੀ ਦੋਸ਼ੀ ਠਹਿਰਾ ਰਹੇ ਸੀ। ਅਮਨ ਫਿਰ ਤੋਂ ਉੱਠੀ ਤੇ ਬੋਲੀ, ਮੈਂ ਕੁਝ ਨਹੀਂ ਕੀਤਾ, ਤੁਸੀਂ ਸਭ ਝੂਠ ਬੋਲ ਰਹੇ ਹੋ। ਹੁਣ ਮੈਨੂੰ ਯਕੀਨ ਹੋ ਗਿਆ ਹੈ ਕਿ ਦਰਵਾਜ਼ਾ ਤੁਸੀਂ ਹੀ ਬੰਦ ਕੀਤਾ ਸੀ ਤਾਂ ਕਿ ਤੁਸੀਂ ਮੇਰੇ ਤੇ ਗੁਰਪ੍ਰੀਤ ਦੇ ਰਿਸ਼ਤੇ ਨੂੰ ਖਤਮ ਕਰ ਸਕੋ, ਕਿਉਂਕਿ ਤੁਸੀਂ ਮੈਨੂੰ ਸ਼ੁਰੂਆਤ ਤੋਂ ਹੀ ਪਸੰਦ ਨਹੀਂ ਕਰਦੇ ਸੀ। ਇਹ ਸਭ ਸੁਣ ਕੇ ਗੁਰਪ੍ਰੀਤ ਦਾ ਗੁੱਸਾ ਬੇਕਾਬੂ ਹੋ ਗਿਆ। ਉਸਨੇ ਅਮਨ ਨੂੰ ਬਾਂਹ ਤੋਂ ਫੜਦੇ ਹੋਏ ਕਿਹਾ, ਤੇਰੀ ਹਿੰਮਤ ਕਿਵੇਂ ਹੋਈ ਮੇਰੀ ਮਾਂ ਤੇ ਅਜਿਹਾ ਇਲਜ਼ਾਮ ਲਗਾਉਣ ਦੀ? ਮੈਂ ਤੈਨੂੰ ਕਦੇ ਮਾਫ ਨਹੀਂ ਕਰੂੰਗਾ। ਅਮਨ ਇਸ ਦਰਦ ਤੇ ਗੁੱਸੇ ਤੇ ਤੂਫਾਨ ਵਿੱਚ ਇੱਕਦਮ ਬੇਵੱਸ ਖੜੀ ਸੀ। ਉਸਦੀਆਂ ਅੱਖਾਂ ਵਿੱਚ ਹੰਝੂ ਵਗ ਰਹੇ ਸੀ, ਪਰ ਉਸਦੀ ਸਫਾਈ ਕਿਸੇ ਦੇ ਦਿਲ ਨੂੰ ਛੂਹ ਨਹੀਂ ਰਹੀ ਸੀ। ਉਦੋਂ ਹੀ ਗੁਰਪ੍ਰੀਤ ਦੇ ਪਿਤਾ ਅੱਗੇ ਵਧੇ ਤੇ ਅਮਨ ਨੂੰ ਗੁਰਪ੍ਰੀਤ ਦੀ ਪਕੜ ਤੋਂ ਛੁਡਾਉਂਦੇ ਹੋਏ ਮੈਨੂੰ ਕਹਿਣ ਲੱਗੇ, ਦੇਖ ਮੁੰਡਿਆ, ਮੈਂ ਤੇਰੇ ਤੇ ਭਰੋਸਾ ਕਰਦਾ ਸੀ, ਇਸ ਲਈ ਤੈਨੂੰ ਆਪਣੇ ਘਰੇ ਆਉਣ ਦਿੰਦਾ ਸੀ। ਪਰ ਹੁਣ ਮੇਰਾ ਭਰੋਸਾ ਟੁੱਟ ਚੁੱਕਿਆ ਹੈ। ਹੁਣ ਤੂੰ ਇਸ ਕੁੜੀ ਨੂੰ ਇੱਥੋਂ ਲੈ ਜਾ। ਸਾਡੇ ਲਈ ਹੁਣ ਇਸ ਦਾ ਕੋਈ ਮਤਲਬ ਨਹੀਂ। ਅਮਨ ਨੇ ਬਹੁਤ ਉਮੀਦ ਨਾਲ ਗੁਰਪ੍ਰੀਤ ਵੱਲ ਦੇਖਿਆ, ਪਰ ਗੁਰਪ੍ਰੀਤ ਨੇ ਮੂੰਹ ਫੇਰ ਲਿਆ। ਉਸਦੀ ਹਾਲਤ ਅਜਿਹੀ ਸੀ ਕਿ ਜਿਵੇਂ ਉਹ ਕਿਸੇ ਵੀ ਪਲ ਡਿੱਗ ਜਾਵੇਗੀ। ਮੈਂ ਗੁੱਸੇ ਵਿੱਚ ਬੋਲਿਆ, ਤੁਸੀਂ ਸਭ ਲੋਕ ਪਾਗਲ ਹੋ ਗਏ ਹੋ। ਮੈਂ ਇੰਨੀ ਦੇਰ ਤੋਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਮੈਂ ਕੁਝ ਗਲਤ ਨਹੀਂ ਕੀਤਾ, ਪਰ ਤੁਸੀਂ ਬਿਨਾਂ ਕੁਝ ਸੋਚੇ ਸਮਝੇ ਇਲਜ਼ਾਮ ਦੇ ਇਲਜ਼ਾਮ ਲਗਾਈ ਜਾ ਰਹੇ ਹੋ। ਤੇ ਮੈਂ ਅਮਨ ਨੂੰ ਕਿਤੇ ਲੈ ਕੇ ਨਹੀਂ ਜਾਊਂਗਾ। ਮੈਂ ਤਾਂ ਇੱਥੇ ਸਿਰਫ ਤੇਰੀ ਜਨਮ ਦਿਨ ਦੀ ਪਾਰਟੀ ਤੇ ਆਇਆ ਸੀ। ਗੁਰਪ੍ਰੀਤ ਦੀ ਮਾਂ ਨੂੰ ਦੇਖ ਕੇ ਮੈਂ ਗੁੱਸੇ ਨਾਲ ਕਿਹਾ, ਰੱਬ ਤੋਂ ਡਰ ਕਿਸੇ ਮਾਸੂਮ ਤੇ ਇਲਜ਼ਾਮ ਲਗਾ ਕੇ ਤੁਸੀਂ ਖੁਸ਼ ਨਹੀਂ ਰਹਿ ਸਕਦੇ। ਮੇਰੀ ਇਸ ਗੱਲ ਤੇ ਗੁਰਪ੍ਰੀਤ ਦੀ ਮਾਂ ਵੀ ਕੁਝ ਪਲ ਦੇ ਲਈ ਚੁੱਪ ਹੋ ਗਈ, ਪਰ ਫਿਰ ਉਸਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਬੋਲੀ, ਮੈਂ ਕੁਝ ਗਲਤ ਨਹੀਂ ਕੀਤਾ। ਮੈਂ ਆਪਣੀਆਂ ਅੱਖਾਂ ਨਾਲ ਸਭ ਕੁਝ ਦੇਖਿਆ ਹੈ। ਧਮਕੀਆਂ ਦੇਣ ਦੀ ਬਜਾਏ ਆਪਣੇ ਗੁਨਾਹ ਕਬੂਲ ਕਰ ਲਾ, ਇਹੀ ਤੇਰੇ ਲਈ ਬਿਹਤਰ ਹੋਵੇਗਾ। ਮੈਂ ਅਫਸੋਸ ਨਾਲ ਗੁਰਪ੍ਰੀਤ ਵੱਲ ਦੇਖਿਆ, ਪਰ ਉਸ ਦੀਆਂ ਅੱਖਾਂ ਵਿੱਚ ਵੀ ਉਹੀ ਗੁੱਸਾ ਤੇ ਨਿਰਾਸ਼ਾ ਸੀ। ਉਹ ਬੋਲਿਆ, ਮੈਨੂੰ ਅਫਸੋਸ ਹੈ ਕਿ ਮੈਂ ਤੈਨੂੰ ਆਪਣਾ ਦੋਸਤ ਮੰਨਿਆ। ਹੁਣ ਕੁਝ ਵੀ ਕਹਿਣ ਦਾ ਕੋਈ ਫਾਇਦਾ ਨਹੀਂ ਹੈ। ਗੁੱਸੇ ਵਿੱਚ ਮੈਂ ਬਾਹਰ ਵੱਲ ਵਧਣ ਲੱਗਿਆ, ਪਰ ਗੁਰਪ੍ਰੀਤ ਨੇ ਮੇਰਾ ਰਸਤਾ ਰੋਕਦੇ ਹੋਏ ਕਿਹਾ, ਜਾਂਦੇ ਜਾਂਦੇ ਆਪਣੀ ਗੰਦਗੀ ਵੀ ਨਾਲ ਲੈ ਜਾ, ਕਿਉਂਕਿ ਹੁਣ ਮੈਂ ਇਸ ਨੂੰ ਇੱਥੇ ਨਹੀਂ ਰਹਿਣ ਦੇਵਾਂਗਾ। ਇਹ ਸੁਣ ਕੇ ਅਮਨ ਨੇ ਕਦਮ ਲੜਖੜਾ ਗਏ। ਉਹ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਉਸ ਇਨਸਾਨ ਨੂੰ ਦੇਖ ਰਹੀ ਸੀ ਜਿਸ ਨੂੰ ਉਸਨੇ ਮੁਹੱਬਤ ਕੀਤੀ ਸੀ, ਵਾਅਦੇ ਕੀਤੇ ਸੀ, ਜਿਸ ਦੇ ਨਾਲ ਉਹ ਆਪਣੀ ਜ਼ਿੰਦਗੀ ਦੇ ਸੁਪਨੇ ਦੇਖ ਰਹੀ ਸੀ। ਹੁਣ ਉਹੀ ਇਨਸਾਨ ਉਸ ਨੂੰ ਗੰਦਗੀ ਕਹਿ ਕੇ ਉਸਦੀ ਪੂਰੀ ਦੁਨੀਆ ਹੀ ਖਤਮ ਕਰ ਰਿਹਾ ਸੀ। ਅਮਨ ਦਾ ਦਿਲ ਟੁਕੜੇ ਟੁਕੜੇ ਹੋ ਗਿਆ ਸੀ। ਉਸ ਦੀਆਂ ਅੱਖਾਂ ਤੋਂ ਹੰਝੂ ਵਗ ਕੇ ਸੁੱਕ ਚੁੱਕੇ ਸੀ। ਹੁਣ ਉਹ ਚੁੱਪ ਖੜੀ ਸੀ, ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਉਹ ਚੀਕਣਾ ਚਾਹੁੰਦੀ ਸੀ, ਪਰ ਉਸਦੀ ਆਵਾਜ਼ ਜਿਵੇਂ ਗਲੇ ਵਿੱਚ ਹੀ ਅਟਕ ਗਈ ਸੀ। ਮੈਂ ਉਸਦੀ ਅੱਖਾਂ ਵਿੱਚੋਂ ਦਰਦ ਦੇਖ ਰਿਹਾ ਸੀ, ਉਸਦੀ ਹਾਲਤ ਤੇ ਅਫਸੋਸ ਕਰ ਰਿਹਾ ਸੀ। ਮੈਂ ਗੁਰਪ੍ਰੀਤ ਨੂੰ ਕਿਹਾ, ਗੁਰਪ੍ਰੀਤ ਪਾਗਲ ਨਾ ਬਣ, ਇਹ ਤੇਰੀ ਮੰਗੇਤਰ ਹੈ। ਇਸ ਦੀ ਗੱਲ ਸੁਣ ਤੇ ਸਮਝ, ਕਿਤੇ ਅਜਿਹਾ ਨਾ ਹੋਵੇ ਕਿ ਬਹੁਤ ਦੇਰ ਹੋ ਜਾਵੇ ਤੇ ਤੇਰੇ ਕੋਲ ਪਛਤਾਉਣ ਤੋਂ ਇਲਾਵਾ ਕੁਝ ਨਾ ਬਚੇ। ਮੈਂ ਉਸ ਨੂੰ ਸਮਝਾਇਆ ਤੇ ਫਿਰ ਘਰ ਤੋਂ ਬਾਹਰ ਆ ਗਿਆ, ਜਦ ਕਿ ਅਮਨ ਸਿਰ ਝੁਕਾ ਕੇ ਆਪਣੀ ਇੱਜ਼ਤ ਦੀ ਚਿਖਾ ਮੱਚਣ ਤੇ ਦੁਖੀ ਹੋ ਰਹੀ ਸੀ। ਜਾਂਦੇ ਜਾਂਦੇ ਮੈਂ ਸੁਣਿਆ, ਇਸ ਕੁੜੀ ਨੂੰ ਇਸ ਕਮਰੇ ਵਿੱਚ ਬੰਦ ਕਰ ਦਿਓ। ਹੁਣ ਇਹ ਮੈਨੂੰ ਨਜ਼ਰ ਨਹੀਂ ਆਉਣੀ ਚਾਹੀਦੀ। ਗੁਰਪ੍ਰੀਤ ਦੀ ਮਾਂ ਗੁੱਸੇ ਵਿੱਚ ਚੀਕ ਰਹੀ ਸੀ। ਅਮਨ ਦੀ ਬੇਵਸੀ ਦੇਖ ਕੇ ਮੇਰਾ ਦਿਲ ਹੋਰ ਵੀ ਬੇਚੈਨ ਹੋ ਗਿਆ। ਅਚਾਨਕ ਗੁਰਪ੍ਰੀਤ ਦੀ ਮਾਂ ਨੇ ਝੁਕ ਕੇ ਅਮਨ ਦੇ ਵਾਲਾਂ ਨੂੰ ਜ਼ੋਰ ਨਾਲ ਫੜ ਲਿਆ ਤੇ ਉਸਦਾ ਚਿਹਰਾ ਆਪਣੇ ਵੱਲ ਖਿੱਚਦੇ ਹੋਏ ਕਿਹਾ, ਤੇਰੀ ਹਿੰਮਤ ਕਿਵੇਂ ਹੋਈ ਇੱਕ ਗੈਰ ਮਰਦ ਦੇ ਨਾਲ ਨਾਜਾਇਜ਼ ਰਿਸ਼ਤਾ ਬਣਾਉਣ ਦੀ? ਤੇ ਫਿਰ ਉਸਦੇ ਮਾਸੂਮ ਗੱਲਾਂ ਤੇ ਥੱਪੜਾਂ ਦੀ ਬਰਸਾਤ ਸ਼ੁਰੂ ਕਰ ਦਿੱਤੀ। ਅਮਨ ਦੇ ਬੁੱਲ੍ਹਾਂ ਵਿੱਚੋਂ ਖੂਨ ਵਗਣ ਲੱਗਿਆ ਸੀ ਤੇ ਚਿਹਰੇ ਤੇ ਸੱਟਾਂ ਦੇ ਨਿਸ਼ਾਨ ਬਣ ਰਹੇ ਸੀ। ਉਸਦੇ ਮਾਸੂਮ ਚਿਹਰੇ ਨੂੰ ਦੇਖ ਕੇ ਮੇਰਾ ਦਿਲ ਰੁਕ ਗਿਆ। ਮੈਂ ਮੁੜ ਕੇ ਦੇਖਿਆ ਕਿ ਗੁਰਪ੍ਰੀਤ ਦੀ ਮਾਂ ਬੇਰਹਿਮੀ ਨਾਲ ਅਮਨ ਨੂੰ ਕੁੱਟ ਰਹੀ ਸੀ ਤੇ ਗੁਰਪ੍ਰੀਤ ਚੁੱਪਚਾਪ ਖੜਾ ਦੇਖ ਰਿਹਾ ਸੀ।
ਉਦੋਂ ਹੀ ਮੇਰੇ ਪੈਰ ਖੁਦ ਬ ਖੁਦ ਅਮਨ ਦੇ ਵੱਲ ਵਧੇ। ਮੈਂ ਆਪਣਾ ਹੱਥ ਉਸਦੇ ਵੱਲ ਵਧਾਇਆ ਤੇ ਕਿਹਾ, ਅਮਨ ਚਲੋ, ਮੈਨੂੰ ਪਤਾ ਹੈ ਕਿ ਇਹ ਤੈਨੂੰ ਲੋਕ ਮਾਰ ਦੇਣਗੇ, ਮੇਰੇ ਨਾਲ ਚੱਲ, ਮੈਂ ਤੇਰੇ ਰਹਿਣ ਦਾ ਇੰਤਜ਼ਾਮ ਕਰ ਦੇਵਾਂਗਾ। ਅਮਨ ਨੇ ਸਵਾਲੀਆ ਨਜ਼ਰਾਂ ਨਾਲ ਮੈਨੂੰ ਦੇਖਿਆ, ਪਰ ਉਸਦੀ ਉਮੀਦ ਹਜੇ ਵੀ ਗੁਰਪ੍ਰੀਤ ਤੋਂ ਹੀ ਸੀ। ਉਸਨੇ ਹੌਲੀ ਜਿਹੀ ਕਿਹਾ, ਰਜਿੰਦਰ, ਮੈਂ ਤੇਰੇ ਨਾਲ ਕਿਵੇਂ ਜਾ ਸਕਦੀ ਹਾਂ? ਪਲੀਜ਼ ਇਹਨਾਂ ਨੂੰ ਯਕੀਨ ਦਿਵਾ ਦੇ ਕਿ ਮੈਂ ਕੁਝ ਗਲਤ ਨਹੀਂ ਕੀਤਾ। ਉਹ ਕਦੇ ਮੇਰੇ ਵੱਲ ਦੇਖਦੀ ਤੇ ਕਦੇ ਗੁਰਪ੍ਰੀਤ ਵੱਲ, ਪਰ ਗੁਰਪ੍ਰੀਤ ਦੀਆਂ ਨਜ਼ਰਾਂ ਵਿੱਚ ਸਾਫ਼ ਦਿਸ ਰਿਹਾ ਸੀ ਕਿ ਉਸ ਨੂੰ ਹੁਣ ਵਿਸ਼ਵਾਸ ਨਹੀਂ ਰਿਹਾ। ਉਸਨੇ ਕਿਹਾ, ਮੇਰੀ ਮਾਂ ਕਦੇ ਝੂਠ ਨਹੀਂ ਬੋਲਦੀ। ਅਮਨ ਨੇ ਗੁਰਪ੍ਰੀਤ ਦਾ ਹੱਥ ਫੜ ਕੇ ਕਿਹਾ ਕਿ ਮੈਂ ਵੀ ਤਾਂ ਝੂਠ ਨਹੀਂ ਬੋਲਦੀ। ਗੁਰਪ੍ਰੀਤ, ਤੂੰ ਜਾਣਦਾ ਹੈ ਮੈਂ ਤੈਨੂੰ ਕਦੇ ਧੋਖਾ ਨਹੀਂ ਦੇ ਸਕਦੀ। ਪਲੀਜ਼ ਆਪਣੀ ਮਾਂ ਨੂੰ ਯਕੀਨ ਦਿਵਾ। ਮੈਨੂੰ ਇੰਨਾ ਦਰਦ ਕਿਉਂ ਦੇ ਰਹੇ ਹੋ? ਤੁਸੀਂ ਜਾਣਦੇ ਹੋ ਕਿ ਮੇਰੇ ਕੋਲ ਤੇਰੇ ਸਿਵਾਏ ਕੋਈ ਨਹੀਂ ਹੈ। ਪਰ ਗੁਰਪ੍ਰੀਤ ਆਪਣੀ ਮਾਂ ਦੀਆਂ ਗੱਲਾਂ ਤੇ ਪੂਰੀ ਤਰ੍ਹਾਂ ਵਿਸ਼ਵਾਸ ਕਰ ਚੁੱਕਿਆ ਸੀ। ਉਸਨੇ ਗੁੱਸੇ ਵਿੱਚ ਕਿਹਾ, ਤੂੰ ਝੂਠ ਬੋਲ ਸਕਦੀ ਹੈ ਕਿਉਂਕਿ ਤੂੰ ਹਮੇਸ਼ਾ ਰਜਿੰਦਰ ਦੀਆਂ ਤਾਰੀਫਾਂ ਕਰਦੀ ਸੀ। ਤੂੰ ਕਹਿੰਦੀ ਸੀ ਕਿ ਰਜਿੰਦਰ ਕਿੰਨਾ ਚੰਗਾ ਹੈ, ਕਿੰਨਾ ਅਮੀਰ ਹੈ, ਕਿੰਨਾ ਹੈਂਡਸਮ ਹੈ। ਅਮਨ ਨੇ ਉਸ ਦੀਆਂ ਗੱਲਾਂ ਨੂੰ ਸਮਝਾਉਂਦੇ ਹੋਏ ਕਿਹਾ, ਮੈਂ ਮਜ਼ਾਕ ਵਿੱਚ ਕਹਿੰਦੀ ਸੀ ਗੁਰਪ੍ਰੀਤ, ਸਿਰਫ ਤੈਨੂੰ ਛੇੜਨ ਦੇ ਲਈ। ਤੂੰ ਵੀ ਤਾਂ ਮੇਰੇ ਨਾਲ ਮਜ਼ਾਕ ਕਰ ਲੈਂਦਾ ਸੀ ਤੇ ਮਜ਼ਾਕ ਨੂੰ ਸੀਰੀਅਸ ਨਹੀਂ ਲਈਦਾ। ਫਿਰ ਅੱਜ ਇਹ ਗੱਲਾਂ ਕਿਉਂ? ਪਰ ਗੁਰਪ੍ਰੀਤ ਦੀ ਮਾਂ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕੀ। ਉਹਨਾਂ ਨੇ ਗੁੱਸੇ ਵਿੱਚ ਅਮਨ ਨੂੰ ਧੱਕਾ ਦਿੱਤਾ। ਉਹ ਡਿੱਗਦੇ ਡਿੱਗਦੇ ਬਚੀ ਤੇ ਮੈਂ ਉਸ ਨੂੰ ਤੇਜ਼ੀ ਨਾਲ ਸੰਭਾਲ ਲਿਆ। ਫਿਰ ਮੈਂ ਉਸ ਨੂੰ ਲੈ ਕੇ ਘਰ ਤੋਂ ਬਾਹਰ ਆ ਗਿਆ। ਉਸ ਨੂੰ ਗੱਡੀ ਵਿੱਚ ਬਿਠਾਇਆ ਹੀ ਸੀ ਤੇ ਦਰਵਾਜ਼ਾ ਜ਼ੋਰ ਨਾਲ ਬੰਦ ਕੀਤਾ। ਉਹ ਲਗਾਤਾਰ ਰੋ ਰਹੀ ਸੀ। ਉਸਦੀ ਹਾਲਤ ਵਿਗੜਦੀ ਜਾ ਰਹੀ ਸੀ। ਮੈਂ ਡਰਾਈਵਿੰਗ ਸੀਟ ਸੰਭਾਲੀ ਤੇ ਗੱਡੀ ਤੇਜ਼ ਸਪੀਡ ਵਿੱਚ ਭਜਾਈ। ਉਸਦੇ ਰੋਣ ਨਾਲ ਮੈਂ ਹੋਰ ਵੀ ਪਰੇਸ਼ਾਨ ਹੋ ਰਿਹਾ ਸੀ। ਇੱਕ ਤਾਂ ਉਹ ਵੈਸੇ ਹੀ ਇੰਨਾ ਕੁਝ ਹੋ ਚੁੱਕਿਆ ਸੀ ਤੇ ਉੱਤੋਂ ਇਹ ਸਭ ਮੇਰੇ ਦਿਮਾਗ ਨੂੰ ਸੁੰਨ ਕਰ ਰਿਹਾ ਸੀ। ਮੈਂ ਗੁੱਸੇ ਵਿੱਚ ਕਿਹਾ, ਰੋਣਾ ਬੰਦ ਕਰ। ਇੱਕ ਤਾਂ ਇੰਨੀਆਂ ਮੁਸੀਬਤਾਂ ਪਹਿਲਾਂ ਤੋਂ ਨੇ ਤੇ ਤੂੰ ਹੁਣ ਰੋ ਕੇ ਮੈਨੂੰ ਹੋਰ ਪਰੇਸ਼ਾਨ ਕਰ ਰਹੀ ਹੈ। ਮੇਰੇ ਗੁੱਸੇ ਵਾਲੀ ਆਵਾਜ਼ ਸੁਣ ਕੇ ਚੁੱਪ ਹੋ ਗਈ। ਮੈਂ ਸ਼ੀਸ਼ੇ ਵਿੱਚੋਂ ਦੇਖਿਆ ਤੇ ਉਸਦੇ ਬੁੱਲ੍ਹਾਂ ਵਿੱਚੋਂ ਖੂਨ ਵਗ ਰਿਹਾ ਸੀ। ਮੱਥੇ ਤੇ ਵੀ ਸੱਟ ਲੱਗੀ ਸੀ। ਮੈਂ ਟਿਸ਼ੂ ਪੇਪਰ ਕੱਢਿਆ ਤੇ ਉਸਦੇ ਵੱਲ ਵਧਾਉਂਦੇ ਹੋਏ ਕਿਹਾ, ਆਪਣੇ ਜ਼ਖਮ ਸਾਫ਼ ਕਰ। ਉਹ ਹੌਲੀ ਹੌਲੀ ਆਪਣੇ ਜ਼ਖਮ ਸਾਫ਼ ਕਰਨ ਲੱਗੀ, ਪਰ ਹੁਣ ਉਹ ਚਾਹ ਕੇ ਵੀ ਰੋ ਨਹੀਂ ਰਹੀ ਸੀ। ਸ਼ਾਇਦ ਮੇਰੇ ਗੁੱਸੇ ਦਾ ਡਰ ਸੀ। ਜਦੋਂ ਅਸੀਂ ਘਰੇ ਪਹੁੰਚੇ ਤਾਂ ਪਾਪਾ ਮੈਨੂੰ ਅਮਨ ਦੇ ਨਾਲ ਦੇਖ ਕੇ ਹੈਰਾਨ ਹੋ ਗਿਆ। ਮੈਂ ਨੌਕਰਾਣੀ ਨੂੰ ਕਿਹਾ ਕਿ ਅਮਨ ਨੂੰ ਗੈਸਟ ਰੂਮ ਵਿੱਚ ਲੈ ਜਾ। ਪਾਪਾ ਨੂੰ ਮੈਂ ਸਾਰੀ ਗੱਲ ਦੱਸ ਦਿੱਤੀ ਤੇ ਫਿਰ ਉਹਨਾਂ ਨੇ ਮੈਨੂੰ ਅਮਨ ਨਾਲ ਵਿਆਹ ਕਰਨ ਦਾ ਸੁਝਾਅ ਦਿੱਤਾ। ਪਾਪਾ ਪਰਸੋਂ ਹੀ ਵਿਆਹ ਦਾ ਐਲਾਨ ਕਰ ਚੁੱਕੇ ਸੀ ਤੇ ਅਮਨ ਵੀ ਜਿਵੇਂ ਤਿਵੇਂ ਇਸ ਦੇ ਲਈ ਰਾਜ਼ੀ ਹੋ ਗਈ ਸੀ, ਪਰ ਮੈਂ ਖੁਦ ਨੂੰ ਇਸ ਵਿਆਹ ਦੇ ਲਈ ਤਿਆਰ ਨਹੀਂ ਕਰ ਪਾ ਰਿਹਾ ਸੀ। ਤੇ ਫਿਰ ਬਹੁਤ ਹੀ ਸਾਦਗੀ ਨਾਲ ਮੇਰਾ ਤੇ ਅਮਨ ਦਾ ਵਿਆਹ ਹੋ ਗਿਆ। ਮੇਰੀ ਮਾਂ ਤੇ ਪਾਪਾ ਨੇ ਅਮਨ ਨੂੰ ਦਿਲ ਤੋਂ ਸਵੀਕਾਰ ਕਰ ਲਿਆ ਸੀ। ਅਮਨ ਵਿੱਚ ਕੋਈ ਕਮੀ ਨਹੀਂ ਸੀ। ਸੋਹਣੀ ਸੀ, ਪੜ੍ਹੀ ਲਿਖੀ ਸੀ। ਮੇਰੇ ਮੰਮੀ ਪਾਪਾ ਨੂੰ ਹੋਰ ਕੀ ਚਾਹੀਦਾ ਸੀ? ਉਹ ਹਮੇਸ਼ਾ ਤੋਂ ਹੀ ਅਜਿਹੀ ਨੂੰਹ ਚਾਹੁੰਦੇ ਸੀ ਜੋ ਸਿੱਧੀ ਸਾਦੀ ਤੇ ਘਰੇਲੂ ਹੋਵੇ। ਅੱਜ ਕੱਲ੍ਹ ਦੀ ਮੇਕਅਪ ਨਾਲ ਲਿਪੀਆਂ ਕੁੜੀਆਂ ਤੋਂ ਮੇਰੀ ਮਾਂ ਦਾ ਮਨ ਖੱਟਾ ਹੋ ਚੁੱਕਿਆ ਸੀ ਤੇ ਮੇਰੇ ਮਾਤਾ ਪਿਤਾ ਵੀ ਇਹੀ ਚਾਹੁੰਦੇ ਸੀ ਕਿ ਅਜਿਹਾ ਹੀ ਹੋਵੇ। ਜਿਵੇਂ ਮੇਰੀ ਮਾਂ ਦੀ ਤਾਂ ਬਿਨਾਂ ਕਹੇ ਹੀ ਮੁਰਾਦ ਪੂਰੀ ਹੋ ਗਈ ਸੀ, ਪਰ ਮੇਰੇ ਅੰਦਰ ਕੋਈ ਖੁਸ਼ੀ ਨਹੀਂ ਸੀ। ਮੇਰੇ ਦਿਲ ਵਿੱਚ ਉਹ ਫੀਲਿੰਗ ਨਹੀਂ ਸੀ ਜੋ ਇੱਕ ਨਵੇਂ ਵਿਆਹ ਤੋਂ ਬਾਅਦ ਹੁੰਦੀ ਹੈ। ਮੇਰੇ ਮਨ ਵਿੱਚ ਇਹੀ ਗੱਲ ਸੀ ਕਿ ਅਮਨ ਮੈਨੂੰ ਨਹੀਂ, ਗੁਰਪ੍ਰੀਤ ਨੂੰ ਪਿਆਰ ਕਰਦੀ ਹੈ। ਉਸ ਨੇ ਮਜਬੂਰੀ ਵਿੱਚ ਇਹ ਵਿਆਹ ਕਰਵਾਇਆ ਸੀ। ਬੇਸ਼ੱਕ ਉਸ ਨੇ ਮੈਨੂੰ ਅਪਣਾ ਲਿਆ ਸੀ। ਮੈਨੂੰ ਯਕੀਨ ਸੀ ਕਿ ਉਹ ਹਜੇ ਵੀ ਗੁਰਪ੍ਰੀਤ ਨੂੰ ਨਹੀਂ ਭੁਲਾ ਸਕੀ ਹੋਵੇਗੀ। ਕੋਈ ਵੀ ਮਰਦ ਅਜਿਹੀ ਔਰਤ ਨੂੰ ਆਪਣੀ ਪਤਨੀ ਦੇ ਰੂਪ ਵਿੱਚ ਸਵੀਕਾਰ ਨਹੀਂ ਕਰ ਸਕਦਾ ਜਿਸ ਦੇ ਦਿਲ ਵਿੱਚ ਕੋਈ ਹੋਰ ਹੋਵੇ। ਇਹੀ ਵਜ੍ਹਾ ਸੀ ਮੈਂ ਵੀ ਉਸ ਨੂੰ ਪੂਰੀ ਤਰ੍ਹਾਂ ਸਵੀਕਾਰ ਨਹੀਂ ਕਰ ਸਕਿਆ ਸੀ। ਥੋੜੇ ਭਾਰੇ ਕਦਮਾਂ ਨਾਲ ਮੈਂ ਕਮਰੇ ਵਿੱਚ ਗਿਆ। ਅਮਨ ਦੁਲਹਨ ਬਣੀ ਬਿਸਤਰ ਤੇ ਬੈਠੀ ਸੀ। ਮੈਂ ਉਸਦੇ ਕੋਲ ਜਾ ਕੇ ਬੈਠ ਗਿਆ। ਉਸਨੇ ਘੁੰਡ ਨਹੀਂ ਕੱਢਿਆ ਸੀ। ਉਸਦਾ ਉਦਾਸ ਚਿਹਰਾ ਵੀ ਕਿਸੇ ਨੂੰ ਇੱਕ ਪਲ ਵਿੱਚ ਜ਼ਖਮੀ ਕਰ ਸਕਦਾ ਸੀ। ਕੁਝ ਦੇਰ ਦੇ ਲਈ ਮੇਰੀਆਂ ਧੜਕਣਾਂ ਤੇਜ਼ ਹੋ ਗਈਆਂ, ਪਰ ਮੈਂ ਖੁਦ ਨੂੰ ਸੰਭਾਲ ਲਿਆ। ਅਮਨ ਮੇਰੀ ਨਹੀਂ, ਕਿਸੇ ਹੋਰ ਦੀ ਅਮਾਨਤ ਸੀ ਤੇ ਮੈਂ ਅਜਿਹੀਆਂ ਚੀਜ਼ਾਂ ਲੈਣ ਦਾ ਆਦੀ ਨਹੀਂ ਸੀ ਜੋ ਪਹਿਲਾਂ ਤੋਂ ਹੀ ਕਿਸੇ ਹੋਰ ਦੀਆਂ ਹੋਣ। ਸ਼ਾਇਦ ਮੇਰੇ ਆਉਣ ਤੋਂ ਕੁਝ ਦੇਰ ਪਹਿਲਾਂ ਉਹ ਰੋਈ ਸੀ। ਉਸਦੀਆਂ ਅੱਖਾਂ ਲਾਲ ਸੀ। ਕਾਜਲ ਉਸਦੇ ਚਿਹਰੇ ਤੇ ਫੈਲ ਗਿਆ ਸੀ। ਇਹ ਦੇਖ ਕੇ ਨਾ ਜਾਣੇ ਕਿਉਂ ਮੈਨੂੰ ਗੁੱਸਾ ਆਇਆ। ਮੈਂ ਤਾਨਾ ਮਾਰਦੇ ਹੋਏ ਕਿਹਾ, ਕੀ ਗੱਲ ਹੈ? ਗੁਰਪ੍ਰੀਤ ਤੋਂ ਵਿਛੜਨ ਦਾ ਗਮ ਹੈ? ਅਜੇ ਵੀ ਉਸ ਨੂੰ ਯਾਦ ਕਰ ਰਹੀ ਹੈ? ਮੇਰੀ ਇਸ ਗੱਲ ਤੇ ਅਮਨ ਤੜਫ ਕੇ ਮੇਰੇ ਵੱਲ ਦੇਖਣ ਲੱਗੀ ਤੇ ਬੋਲੀ, ਉਸਦਾ ਪਿਆਰ ਤਾਂ ਉਸੇ ਦਿਨ ਮੇਰੇ ਦਿਲ ਵਿੱਚੋਂ ਨਿਕਲ ਗਿਆ ਸੀ ਜਦੋਂ ਉਸਨੇ ਮੇਰੇ ਚਰਿੱਤਰ ਤੇ ਚਿੱਕੜ ਸੁੱਟਿਆ ਸੀ। ਮੈਂ ਠੰਡੀ ਆਵਾਜ਼ ਵਿੱਚ ਕਿਹਾ, ਅੱਛਾ, ਤਾਂ ਫਿਰ ਇਹ ਹੰਝੂ ਕਿਸ ਦੇ ਲਈ?
ਕੁਝ ਦੇਰ ਤੱਕ ਉਹ ਬਸ ਚੁੱਪ ਨਜ਼ਰਾਂ ਨਾਲ ਦੇਖਦੀ ਰਹੀ। ਫਿਰ ਮੈਂ ਕਿਹਾ, ਦੇਖ ਅਮਨ, ਜਿਸ ਹਾਲਾਤ ਵਿੱਚ ਸਾਡਾ ਵਿਆਹ ਹੋਇਆ ਹੈ ਮੈਂ ਵੀ ਇਸ ਦੇ ਲਈ ਰਾਜ਼ੀ ਨਹੀਂ ਸੀ, ਪਰ ਮੈਂ ਪੂਰੀ ਕੋਸ਼ਿਸ਼ ਕਰੂੰਗਾ ਇਸ ਨੂੰ ਨਿਭਾਉਣ ਦੀ। ਪਰ ਇੱਕ ਗੱਲ ਯਾਦ ਰੱਖਣੀ, ਜੇ ਤੇਰੇ ਦਿਲ ਵਿੱਚ ਅਜੇ ਵੀ ਗੁਰਪ੍ਰੀਤ ਹੈ ਤਾਂ ਮੈਨੂੰ ਦੱਸ ਦੇ। ਮੈਂ ਤੈਨੂੰ ਗੁਰਪ੍ਰੀਤ ਦੀ ਅਮਾਨਤ ਸਮਝ ਕੇ ਕੋਈ ਰਿਸ਼ਤਾ ਨਹੀਂ ਬਣਾਊਗਾ ਜਦੋਂ ਤੱਕ ਤੇਰਾ ਤੇ ਉਸਦਾ ਦਿਲ ਸਾਫ਼ ਨਾ ਹੋ ਜਾਵੇ। ਤੂੰ ਚਾਹੇ ਤਾਂ ਉਹਨੂੰ ਮਿਲ ਵੀ ਸਕਦੀ ਹੈ, ਵਿਆਹ ਵੀ ਕਰਵਾ ਸਕਦੀ ਹੈ। ਮੇਰੀ ਇਸ ਗੱਲ ਤੇ ਅਮਨ ਨੇ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਮੈਨੂੰ ਦੇਖਿਆ ਤੇ ਕਿਹਾ, ਤੁਸੀਂ ਕਿਉਂ ਵਾਰ-ਵਾਰ ਗੁਰਪ੍ਰੀਤ ਦਾ ਨਾਮ ਲੈਂਦੇ ਹੋ? ਮੈਂ ਕਿਹਾ ਨਾ, ਉਸ ਦੇ ਲਈ ਮੇਰੇ ਦਿਲ ਵਿੱਚ ਹੁਣ ਕੋਈ ਜਗ੍ਹਾ ਨਹੀਂ ਹੈ। ਮੈਂ ਉਸ ਦੀਆਂ ਅੱਖਾਂ ਵਿੱਚ ਦੇਖਦੇ ਹੋਏ ਕਿਹਾ, ਜੇ ਗੁਰਪ੍ਰੀਤ ਦੇ ਲਈ ਤੇਰੇ ਦਿਲ ਵਿੱਚ ਕੋਈ ਜਗ੍ਹਾ ਨਹੀਂ ਹੈ ਤਾਂ ਕੀ ਆਪਾਂ ਇਸ ਰਿਸ਼ਤੇ ਦੀ ਸ਼ੁਰੂਆਤ ਕਰ ਸਕਦੇ ਹਾਂ? ਮੇਰੀ ਇਸ ਗੱਲ ਤੇ ਉਹ ਥੋੜੀ ਘਬਰਾਈ ਤੇ ਬੋਲੀ, ਇੰਨੀ ਛੇਤੀ ਨਹੀਂ, ਮੈਂ ਹਜੇ ਸ਼ੁਰੂਆਤ ਨਹੀਂ ਕਰਨਾ ਚਾਹੁੰਦੀ। ਉਸ ਦੀ ਇਸ ਗੱਲ ਤੇ ਮੈਨੂੰ ਫਿਰ ਤੋਂ ਗੁੱਸਾ ਆ ਗਿਆ। ਮੈਂ ਕਿਹਾ, ਕਿਉਂ? ਜੇ ਹੁਣ ਤੇਰੇ ਦਿਲ ਵਿੱਚ ਗੁਰਪ੍ਰੀਤ ਨਹੀਂ ਹੈ ਤਾਂ ਮੇਰੇ ਕਰੀਬ ਆਉਣ ਵਿੱਚ ਕੀ ਪ੍ਰੋਬਲਮ ਹੈ? ਤੂੰ ਮੇਰੀ ਪਤਨੀ ਹੈ ਤੇ ਮੈਂ ਤੇਰਾ ਪਤੀ ਹਾਂ। ਮੇਰੇ ਵੀ ਜਜ਼ਬਾਤ ਨੇ। ਜਦੋਂ ਮੇਰੇ ਸਾਹਮਣੇ ਮੇਰੀ ਖੂਬਸੂਰਤ ਪਤਨੀ ਬੈਠੀ ਹੈ ਤਾਂ ਖੁਦ ਨੂੰ ਕਿਵੇਂ ਰੋਕ ਸਕਦਾ ਹਾਂ? ਮੈਂ ਉਸ ਦੀ ਬਾਂਹ ਨੂੰ ਜ਼ੋਰ ਨਾਲ ਫੜ ਲਿਆ, ਜਿਸ ਨਾਲ ਉਸਦੇ ਮੂੰਹ ਵਿੱਚੋਂ ਹਲਕੀ ਚੀਕ ਨਿਕਲੀ। ਉਸਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ, ਜਿਵੇਂ ਖੁਦ ਨੂੰ ਆਉਣ ਵਾਲੇ ਹਾਲਾਤ ਦੇ ਲਈ ਤਿਆਰ ਕਰ ਰਹੀ ਹੋਵੇ। ਫਿਰ ਉਹ ਬੋਲੀ, ਮੈਂ ਕਸਮ ਖਾ ਕੇ ਕਹਿੰਦੀ ਹਾਂ ਰਜਿੰਦਰ, ਹੁਣ ਮੇਰੇ ਦਿਲ ਵਿੱਚ ਗੁਰਪ੍ਰੀਤ ਦੇ ਲਈ ਕੋਈ ਫੀਲਿੰਗ ਨਹੀਂ, ਬਲਕਿ ਮੈਂ ਹੁਣ ਉਸ ਨਾਲ ਨਫ਼ਰਤ ਕਰਦੀ ਹਾਂ। ਉਸਨੇ ਜਿਸ ਤਰ੍ਹਾਂ ਮੈਨੂੰ ਗੰਦਗੀ ਕਿਹਾ ਹੈ ਤੇ ਬੇਇੱਜ਼ਤ ਕੀਤਾ ਹੈ, ਉਸ ਤੋਂ ਬਾਅਦ ਮੈਂ ਉਸ ਨਾਲ ਪਿਆਰ ਕਿਵੇਂ ਕਰ ਸਕਦੀ ਹਾਂ? ਉਸ ਦੀਆਂ ਗੱਲਾਂ ਨੇ ਮੇਰੇ ਦਿਲ ਵਿੱਚ ਥੋੜਾ ਸਕੂਨ ਭਰ ਦਿੱਤਾ ਸੀ। ਮੈਂ ਆਪਣੇ ਹੱਥਾਂ ਨਾਲ ਹੌਲੀ-ਹੌਲੀ ਉਸ ਦੇ ਗਹਿਣੇ ਉਤਾਰਨ ਲੱਗਿਆ। ਮੈਂ ਕਿਹਾ, ਠੀਕ ਹੈ, ਜਾ ਕੇ ਫਰੈਸ਼ ਹੋ ਜਾ। ਜਾ, ਤੂੰ ਸਾਰਾ ਮੇਕਅਪ ਆਪਣੇ ਚਿਹਰੇ ਤੇ ਫੈਲਾ ਲਿਆ, ਬਹੁਤ ਡਰਾਵਣੀ ਲੱਗ ਰਹੀ ਹੈ। ਮੈਂ ਮਾਹੌਲ ਨੂੰ ਹਲਕਾ-ਫੁਲਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਆਈ ਤੇ ਉਹ ਬਾਥਰੂਮ ਚਲੀ ਗਈ। ਥੋੜੀ ਦੇਰ ਬਾਅਦ ਜਦੋਂ ਫਰੈਸ਼ ਹੋ ਕੇ ਬਾਹਰ ਆਈ ਤਾਂ ਬਹੁਤ ਪਿਆਰੀ ਲੱਗ ਰਹੀ ਸੀ। ਮੈਂ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਕਰੀਬ ਬਿਠਾ ਲਿਆ ਤੇ ਕਿਹਾ, ਆਰਾਮ ਨਾਲ, ਰਿਲੈਕਸ ਹੋ ਜਾ। ਫਿਲਹਾਲ ਮੈਂ ਇਸ ਰਿਸ਼ਤੇ ਨੂੰ ਥੋੜਾ ਟਾਈਮ ਦੇਣਾ ਚਾਹੁੰਦਾ ਹਾਂ। ਮੈਂ ਤਾਂ ਬਸ ਤੇਰਾ ਦਿਲ ਨੂੰ ਟੋਹਣਾ ਚਾਹੁੰਦਾ ਸੀ, ਇਸ ਲਈ ਮੈਂ ਤੇਰੇ ਨਾਲ ਰਿਸ਼ਤੇ ਦੀ ਗੱਲ ਕਰ ਰਿਹਾ ਸੀ। ਮੇਰੀ ਇਸ ਗੱਲ ਤੇ ਅਮਨ ਦੇ ਚਿਹਰੇ ਤੇ ਸਕੂਨ ਆਇਆ। ਉਹ ਆਰਾਮ ਨਾਲ ਬੈਠ ਕੇ ਇੱਕ ਕੋਨੇ ਤੇ ਸੌਂ ਗਈ ਤੇ ਮੈਂ ਵੀ ਥੋੜੀ ਦੇਰ ਵਿੱਚ ਸੌਂ ਗਿਆ। ਰਾਤ ਨੂੰ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਦੇਖਿਆ ਅਮਨ ਬੈੱਡ ਤੇ ਨਹੀਂ ਸੀ। ਮੈਂ ਉੱਠ ਕੇ ਦੇਖਿਆ ਤਾਂ ਉਹ ਸੋਫੇ ਤੇ ਸੌਂ ਰਹੀ ਸੀ। ਉਸਦੀ ਇਸ ਹਰਕਤ ਤੇ ਮੈਨੂੰ ਫਿਰ ਤੋਂ ਗੁੱਸਾ ਆਇਆ। ਮੈਂ ਲਾਈਟ ਜਗਾਈ ਤੇ ਉਸਦੇ ਸਿਰ ਤੇ ਪਹੁੰਚ ਗਿਆ। ਉਸ ਨੂੰ ਗੁੱਸੇ ਨਾਲ ਬਾਂਹ ਤੋਂ ਫੜ ਕੇ ਉਠਾਇਆ, ਕਿਹਾ, ਅਮਨ, ਤੂੰ ਇੱਥੇ ਸੋਫੇ ਤੇ ਕਿਉਂ ਸੌਂ ਰਹੀ ਹੈ? ਮੇਰੇ ਤੋਂ ਦੂਰ ਭੱਜਣਾ ਚਾਹੁੰਦੀ ਹੈ? ਦੱਸ, ਤੂੰ ਹਜੇ ਵੀ ਗੁਰਪ੍ਰੀਤ ਦੇ ਖਿਆਲਾਂ ਵਿੱਚ ਗੁੰਮ ਹੈ ਕਿ ਮੇਰੀ ਸੰਗਤ ਤੈਨੂੰ ਤਕਲੀਫ ਦਿੰਦੀ ਹੈ? ਅਮਨ ਡਰ ਗਈ ਸੀ। ਉਹ ਕਹਿਣ ਲੱਗੀ, ਨਹੀਂ ਰਜਿੰਦਰ, ਰਾਤ ਨੂੰ ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੈਂ ਕਮਰੇ ਵਿੱਚ ਇੱਧਰ ਉੱਧਰ ਘੁੰਮ ਰਹੀ ਸੀ ਤੇ ਪਤਾ ਨਹੀਂ ਕਦੋਂ ਸੋਫੇ ਤੇ ਬੈਠ ਗਈ। ਉਸਦੀ ਆਵਾਜ਼ ਵਿੱਚ ਡਰ ਸੀ, ਪਰ ਉਸਦਾ ਮੈਨੂੰ ਅਲੱਗ ਹੋ ਕੇ ਸੌਣਾ ਮੇਰੇ ਤਨ ਮਨ ਨੂੰ ਅੱਗ ਲਗਾ ਚੁੱਕਿਆ ਸੀ। ਮੈਂ ਕੱਸ ਕੇ ਉਸਦਾ ਜਬਾੜਾ ਫੜ ਲਿਆ ਤੇ ਕਿਹਾ, ਅਮਨ, ਮੈਂ ਪੂਰੇ ਦਿਲ ਤੋਂ ਇਸ ਰਿਸ਼ਤੇ ਨੂੰ ਅਪਣਾਉਣਾ ਚਾਹੁੰਦਾ ਸੀ, ਇਸ ਨੂੰ ਥੋੜਾ ਟਾਈਮ ਦੇ ਕੇ ਆਪਣੇ ਦਿਲ ਨੂੰ ਤਿਆਰ ਕਰ ਰਿਹਾ ਸੀ, ਪਰ ਤੂੰ ਜਿਸ ਤਰ੍ਹਾਂ ਮੇਰੇ ਤੋਂ ਦੂਰ ਭੱਜ ਰਹੀ ਹੈ, ਮੈਨੂੰ ਅਹਿਸਾਸ ਦਿਵਾ ਰਹੀ ਹੈ ਕਿ ਤੇਰੇ ਦਿਲ ਵਿੱਚ ਮੇਰੇ ਲਈ ਕੋਈ ਫੀਲਿੰਗਸ ਨਹੀਂ ਹੈ। ਦਰਦ ਨਾਲ ਉਸਦੀ ਹਾਏ ਨਿਕਲ ਗਈ। ਗੁਰਪ੍ਰੀਤ ਨੇ ਤੇ ਉਸਦੀ ਮਾਂ ਦਾ ਦਿੱਤਾ ਹੋਇਆ ਜ਼ਖਮ ਫਿਰ ਤੋਂ ਤਾਜ਼ਾ ਹੋ ਗਿਆ। ਇੱਕ ਖੂਨ ਦੀ ਬੂੰਦ ਮੇਰੇ ਹੱਥ ਤੇ ਲੱਗੀ ਤੇ ਮੈਨੂੰ ਹੋਸ਼ ਆ ਗਿਆ। ਮੈਂ ਤੁਰੰਤ ਉਸਦਾ ਮੂੰਹ ਛੱਡ ਦਿੱਤਾ ਤੇ ਬਾਥਰੂਮ ਵਿੱਚ ਵੜ ਗਿਆ। ਥੋੜੀ ਦੇਰ ਬਾਅਦ ਆਇਆ ਤਾਂ ਦੇਖਿਆ ਉਹ ਬੈੱਡ ਤੇ ਪਈ ਹੋਈ ਸੀ। ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ। ਇਹ ਕੁੜੀ ਪਹਿਲਾਂ ਹੀ ਕਿੰਨੇ ਦੁੱਖਾਂ ਦੀ ਮਾਰੀ ਸੀ ਤੇ ਮੈਂ ਆਪਣਾ ਗੁੱਸਾ ਉਸ ਤੇ ਕਿਉਂ ਕੱਢ ਰਿਹਾ ਸੀ? ਜੋ ਕੁਝ ਹੋਇਆ ਉਸ ਵਿੱਚ ਅਮਨ ਦੀ ਕੋਈ ਗਲਤੀ ਨਹੀਂ ਸੀ। ਮੈਂ ਚੁੱਪਚਾਪ ਦੂਜੇ ਪਾਸੇ ਸੌਂ ਗਿਆ। ਸੁਬਾਹ ਨਾਸ਼ਤੇ ਦੇ ਟੇਬਲ ਤੇ ਮੰਮੀ ਤੇ ਪਾਪਾ ਦੋਨੋਂ ਅਮਨ ਨੂੰ ਗੌਰ ਨਾਲ ਦੇਖ ਰਹੇ ਸੀ। ਉਸਦੀ ਪੀਲੀ ਪੈ ਚੁੱਕੀ ਰੰਗਤ ਨਾਲ ਉਹਨਾਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਸਾਡੇ ਵਿੱਚ ਕੁਝ ਵੀ ਸਹੀ ਨਹੀਂ ਹੋਇਆ। ਮੇਰੀ ਮਾਂ ਨੇ ਕਿਹਾ, ਰਜਿੰਦਰ, ਮੈਨੂੰ ਲੱਗਦਾ ਹੈ ਅਮਨ ਦੀ ਸਿਹਤ ਠੀਕ ਨਹੀਂ ਹੈ। ਅੱਜ ਤੂੰ ਉਸ ਨੂੰ ਕਿਤੇ ਬਾਹਰ ਲੈ ਜਾ, ਇਸਦਾ ਥੋੜਾ ਜਿਹਾ ਮਾਣ ਵੀ ਬਹਿਲ ਜਾਵੇਗਾ। ਵਿਚਾਰੀ ਜਿਨ੍ਹਾਂ ਹਾਲਾਤਾਂ ਤੋਂ ਗੁਜ਼ਰ ਕੇ ਇੱਥੇ ਪਹੁੰਚੀ ਹੈ, ਜ਼ਾਹਿਰ ਜੀ ਗੱਲ ਹੈ ਕਾਫੀ ਪਰੇਸ਼ਾਨ ਹੋਵੇਗੀ, ਪਰ ਤੇਰਾ ਪਿਆਰ ਹੌਲੀ-ਹੌਲੀ ਉਸ ਨੂੰ ਠੀਕ ਕਰ ਸਕਦਾ ਹੈ, ਇਸ ਲਈ ਇਸ ਦਾ ਖਾਸ ਖਿਆਲ ਰੱਖ। ਮਾਂ ਨੇ ਅਮਨ ਨੂੰ ਆਪਣੇ ਨਾਲ ਲਾਉਂਦੇ ਹੋਏ ਕਿਹਾ। ਮੈਂ ਬਸ ਹਾਂ ਵਿੱਚ ਸਿਰ ਹਿਲਾ ਕੇ ਚੁੱਪ ਕਰ ਗਿਆ। ਪੂਰਾ ਦਿਨ ਲੰਘ ਗਿਆ। ਅਮਨ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਸੀ। ਸ਼ਾਇਦ ਉਹ ਮੇਰੇ ਨਾਲ ਨਾਰਾਜ਼ ਸੀ। ਉਸ ਦੀ ਨਾਰਾਜ਼ਗੀ ਦੇਖ ਕੇ ਮੇਰੇ ਚਿਹਰੇ ਤੇ ਇੱਕ ਹਲਕੀ ਮੁਸਕਾਨ ਆਈ। ਮੈਂ ਸੋਚ ਲਿਆ ਸੀ
ਕਿ ਅੱਜ ਉਸਦੀ ਸਾਰੀ ਨਾਰਾਜ਼ਗੀ ਦੂਰ ਕਰ ਦੇਵਾਂਗਾ। ਮੈਂ ਇਸ ਰਿਸ਼ਤੇ ਨੂੰ ਅੱਗੇ ਵਧਾਉਣਾ ਚਾਹੁੰਦਾ ਸੀ। ਹੁਣ ਜਦੋਂ ਅਮਨ ਮੇਰੀ ਪਤਨੀ ਸੀ ਤਾਂ ਮੈਂ ਉਸ ਤੋਂ ਦੂਰ ਨਹੀਂ ਰਹਿਣਾ ਚਾਹੁੰਦਾ ਸੀ। ਸ਼ਾਇਦ ਇਸ ਰਿਸ਼ਤੇ ਵਿੱਚ ਕੁਝ ਅਜਿਹਾ ਜਾਦੂ ਹੁੰਦਾ ਸੀ ਕਿ ਖੁਦ ਬਖੁਦ ਪਤੀ ਪਤਨੀ ਦੇ ਦਿਲ ਵਿੱਚ ਇੱਕ ਦੂਜੇ ਦੇ ਲਈ ਪਿਆਰ ਜਾਗ ਜਾਂਦਾ ਹੈ। ਮੇਰੇ ਦਿਲ ਵਿੱਚ ਵੀ ਅਮਨ ਦੇ ਲਈ ਫੀਲਿੰਗ ਪੈਦਾ ਹੋਣ ਲੱਗ ਗਈ। ਉਹ ਸਿੱਧੀ ਸਾਦੀ ਕੁੜੀ ਮੈਨੂੰ ਦਿਲ ਦੇ ਕਰੀਬ ਲੱਗਣ ਲੱਗੀ ਸੀ। ਰਾਤ ਨੂੰ ਜਦੋਂ ਅਮਨ ਬੈੱਡ ਦੇ ਕੋਨੇ ਤੇ ਬੈਠੀ ਸੀ ਤਾਂ ਮੈਂ ਵੀ ਆਪਣੀ ਜਗ੍ਹਾ ਤੇ ਪੈ ਗਿਆ। ਮੈਨੂੰ ਪਿਆ ਦੇਖ ਕੇ ਅਮਨ ਵੀ ਇੱਕ ਪਾਸੇ ਹੋ ਕੇ ਪੈ ਗਈ, ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੈਂ ਬਹੁਤ ਗੌਰ ਨਾਲ ਅਮਨ ਨੂੰ ਦੇਖ ਰਿਹਾ ਸੀ। ਮੈਂ ਹੌਲੀ ਜਿਹੀ ਕਿਹਾ, ਇੱਧਰ ਮੇਰੇ ਕੋਲ ਆ ਕੇ ਪੈ ਜਾ, ਮੈਨੂੰ ਨੀਂਦ ਨਹੀਂ ਆ ਰਹੀ। ਮੇਰੀ ਗੱਲ ਤੇ ਅਮਨ ਇੱਕਦਮ ਹੈਰਾਨ ਹੋ ਗਈ, ਪਰ ਆਪਣੀ ਜਗ੍ਹਾ ਤੋਂ ਹਿੱਲੀ ਨਹੀਂ। ਮੈਂ ਫਿਰ ਕਿਹਾ ਕਿ ਮੈਂ ਕੁਝ ਕਿਹਾ ਹੈ। ਉਹ ਥੋੜ੍ਹੀ ਜਿਹੀ ਜਾਗਦੀ ਹੋਈ ਮੇਰੇ ਕੋਲ ਆਈ। ਮੈਂ ਉਸਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਮੇਰੇ ਦਿਲ ਦੀਆਂ ਧੜਕਣਾਂ ਤੇਜ਼ ਹੋ ਗਈਆਂ। ਮੇਰੇ ਅੰਦਰ ਇੱਕ ਨਵਾਂ ਅਹਿਸਾਸ ਜਾਗਿਆ ਸੀ। ਖੁਦ ਬਖੁਦ ਮੇਰੇ ਬੁੱਲ੍ਹ ਅਮਨ ਦੇ ਮੱਥੇ ਤੇ ਟਿਕ ਗਏ। ਮੈਂ ਇਸ ਨੂੰ ਚੁੰਮ ਕੇ ਆਪਣੇ ਪਿਆਰ ਦਾ ਅਹਿਸਾਸ ਕਰਵਾਇਆ। ਮੇਰੀ ਸੰਗਤ ਨਾਲ ਅਮਨ ਦਾ ਵਜੂਦ ਵੀ ਹਲਕਾ ਹਲਕਾ ਕਰੀਬ ਆਉਣ ਲੱਗਿਆ ਸੀ। ਮੈਂ ਉਸ ਕੰਬਦੀ ਹੋਈ ਜਿਹੀ ਕੁੜੀ ਨੂੰ ਆਪਣੀਆਂ ਬਾਹਾਂ ਵਿੱਚ ਸਮੇਟ ਲਿਆ। ਉਸ ਰਾਤ ਮੈਂ ਆਪਣੇ ਰਿਸ਼ਤੇ ਦੀ ਸ਼ੁਰੂਆਤ ਕੀਤੀ ਸੀ। ਮੈਂ ਅਮਨ ਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਪੂਰੇ ਸੱਚੇ ਦਿਲ ਤੋਂ ਇਸ ਰਿਸ਼ਤੇ ਨੂੰ ਅੱਗੇ ਵਧਾਉਣਾ ਚਾਹੁੰਦਾ ਹਾਂ, ਤੇ ਅਮਨ ਨੇ ਵੀ ਖੁਸ਼ੀ ਖੁਸ਼ੀ ਖੁਦ ਨੂੰ ਮੇਰੀਆਂ ਬਾਹਾਂ ਵਿੱਚ ਢਿੱਲਾ ਛੱਡ ਦਿੱਤਾ। ਉਸ ਰਾਤ ਸਾਡੇ ਮਿਲਣ ਦੇ ਗਵਾਹ ਚੰਦ ਤੇ ਤਾਰੇ ਸੀ। ਖੁੱਲੀ ਖਿੜਕੀ ਵਿੱਚੋਂ ਚੰਦ ਤੇ ਤਾਰੇ ਸਾਡੇ ਮਿਲਣ ਨੂੰ ਦੇਖ ਕੇ ਸ਼ਰਾਰਤ ਨਾਲ ਮੁਸਕਰਾਉਣ ਲੱਗੇ ਸੀ। ਮੈਂ ਤੇ ਅਮਨ ਬਹੁਤ ਖੁਸ਼ ਰਹਿਣ ਲੱਗੇ ਸੀ। ਮੈਂ ਅਕਸਰ ਸੋਚਦਾ ਸੀ ਕਿ ਕਿਵੇਂ ਅਮਨ ਦੇ ਨਾਲ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਅੱਗੇ ਵਧਾ ਪਾਵਾਂਗਾ, ਪਰ ਸਾਡਾ ਰਿਸ਼ਤਾ ਹੁਣ ਨਾਰਮਲ ਤਰੀਕੇ ਨਾਲ ਚੱਲਣ ਲੱਗਿਆ ਸੀ ਤੇ ਮੇਰੀ ਮੁਹੱਬਤ ਅਮਨ ਦੇ ਲਈ ਦਿਨੋਂ ਦਿਨ ਵੱਧਦੀ ਜਾ ਰਹੀ ਸੀ। ਅਮਨ ਵੀ ਹੁਣ ਮੈਨੂੰ ਬੇਹੱਦ ਪਿਆਰ ਕਰਨ ਲੱਗੀ ਸੀ। ਇੱਕ ਰਾਤ ਜਦੋਂ ਮੰਮੀ ਪਾਪਾ ਘਰੇ ਨਹੀਂ ਸੀ ਤਾਂ ਅਮਨ ਪੂਰੀ ਰੀਝ ਨਾਲ ਤਿਆਰ ਹੋਈ। ਉਸਨੇ ਸਿਰਫ ਮੇਰੇ ਲਈ ਗੁਲਾਬੀ ਸੂਟ ਪਾਇਆ ਸੀ, ਜਿਸ ਵਿੱਚ ਉਹ ਨਜ਼ਰ ਲੱਗ ਜਾਣ ਦੀ ਹੱਦ ਤੱਕ ਤੂੰ ਵੀ ਜ਼ਿਆਦਾ ਹੀ ਸੋਹਣੀ ਲੱਗ ਰਹੀ ਸੀ। ਮੈਂ ਜਦੋਂ ਕਮਰੇ ਵਿੱਚੋਂ ਆਇਆ ਤਾਂ ਉਸ ਨੂੰ ਦੇਖ ਕੇ ਮੇਰੇ ਮੂੰਹ ਵਿੱਚੋਂ ਬਸ ਇੱਕ ਹੀ ਸ਼ਬਦ ਨਿਕਲਿਆ, ਬਹੁਤ ਪਿਆਰੀ ਲੱਗ ਰਹੀ ਹੈ। ਉਸਨੇ ਹੱਸ ਕੇ ਮੇਰੇ ਵੱਲ ਦੇਖਿਆ ਤੇ ਗੋਲ ਘੁੰਮਦੇ ਹੋਏ ਕਿਹਾ, ਮੈਂ ਪਿਆਰੀ ਲੱਗ ਰਹੀ ਹਾਂ ਨਾ। ਉਸ ਦੀ ਗੱਲ ਵਿੱਚ ਮਾਸੂਮੀਅਤ ਸੀ ਤੇ ਉਹ ਮੇਰੀ ਤਾਰੀਫ ਸੁਣਨਾ ਚਾਹੁੰਦੀ ਸੀ। ਮੈਂ ਕਿਹਾ, ਤੂੰ ਤਾਂ ਅੱਜ ਚੰਦ ਤੋਂ ਵੀ ਜ਼ਿਆਦਾ ਹਸੀਨ ਤੇ ਖੂਬਸੂਰਤ ਲੱਗ ਰਹੀ ਹੈ। ਉਸ ਦੇ ਕਰੀਬ ਆਉਂਦੇ ਹੋਏ ਮੈਂ ਮੁਹੱਬਤ ਭਰੇ ਸ਼ਬਦਾਂ ਵਿੱਚ ਕਿਹਾ ਕਿ ਤੂੰ ਬਿਨਾਂ ਮੇਕਅਪ ਤੋਂ ਬਹੁਤ ਖੂਬਸੂਰਤ ਹੈ। ਉਹ ਸਭ ਬਣਾਉਟੀ ਸਮਾਨ ਦੀ ਜ਼ਰੂਰਤ ਨਹੀਂ ਹੈ। ਤੇਰੇ ਬਿਨਾਂ ਮੇਰੀਆਂ ਨਜ਼ਰਾਂ ਵਿੱਚ ਦੁਨੀਆ ਦੀ ਕੋਈ ਦੂਜੀ ਔਰਤ ਸੋਹਣੀ ਨਹੀਂ ਹੈ। ਜਦੋਂ ਮੈਂ ਉਸਦੇ ਮੱਥੇ ਨੂੰ ਚੁੰਮਿਆ ਤਾਂ ਉਹ ਖੁਸ਼ੀ ਨਾਲ ਖੇਡ ਗਈ। ਮੇਰੀ ਸੰਗਤ ਵਿੱਚ ਉਹ ਹੌਲੀ ਹੌਲੀ ਗੁਰਪ੍ਰੀਤ ਨੂੰ ਭੁੱਲਣ ਲੱਗੀ ਸੀ, ਆਪਣੇ ਅਤੀਤ ਦੀਆਂ ਕੌੜੀਆਂ ਯਾਦਾਂ ਨੂੰ ਭੁੱਲਣ ਲੱਗੀ ਸੀ। ਮੈਂ ਕਿਹਾ, ਚਲੋ ਮੰਮੀ ਪਾਪਾ ਘਰੇ ਨਹੀਂ ਹੈ, ਆਪਾਂ ਬਾਹਰ ਇੱਕ ਵਧੀਆ ਜਿਹਾ ਡਿਨਰ ਖਾਂਦੇ ਹਾਂ। ਅਮਨ ਖੁਸ਼ੀ ਖੁਸ਼ੀ ਰਾਜੀ ਹੋ ਗਈ। ਅਸੀਂ ਦੋਨੋਂ ਅਜੇ ਬਾਹਰ ਨਿਕਲ ਹੀ ਰਹੇ ਸੀ ਕਿ ਸਾਹਮਣੇ ਖੜੇ ਇਨਸਾਨ ਨੂੰ ਦੇਖ ਕੇ ਅਸੀਂ ਰੁਕ ਗਏ। ਉਹ ਹੋਰ ਕੋਈ ਨਹੀਂ ਬਲਕਿ ਗੁਰਪ੍ਰੀਤ ਸੀ, ਮੈਂ ਜੋ ਪਰੇਸ਼ਾਨ ਚਿਹਰੇ ਦੇ ਨਾਲ ਦਰਵਾਜ਼ੇ ਤੇ ਖੜਾ ਸੀ। ਅਮਨ ਨੇ ਬੇਚੈਨ ਹੁੰਦੇ ਹੋਏ ਮੈਨੂੰ ਦੇਖਿਆ। ਉਸਦੇ ਚਿਹਰੇ ਤੇ ਸਾਫ਼ ਨਜ਼ਰ ਆ ਰਿਹਾ ਸੀ ਕਿ ਉਹ ਚਿੰਤਾ ਵਿੱਚ ਸੀ। ਹਿੰਮਤ ਕਿਵੇਂ ਹੋਈ ਇੱਥੇ ਆਉਣ ਦੀ? ਨਿਕਲੋ ਇੱਥੋਂ, ਕਿਸ ਨੇ ਤੈਨੂੰ ਅੰਦਰ ਆਉਣ ਦਿੱਤਾ? ਮੈਂ ਗੁੱਸੇ ਨਾਲ ਉਸਦੇ ਵੱਲ ਵਧਦਾ ਹੋਇਆ ਬੋਲਿਆ, ਰਜਿੰਦਰ ਪਲੀਜ਼। ਅਮਨ ਨੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਗੁਰਪ੍ਰੀਤ ਦੇ ਕਰੀਬ ਜਾ ਚੁੱਕਿਆ ਸੀ। ਗੁਰਪ੍ਰੀਤ ਨੇ ਕਿਹਾ, ਮੈਂ ਅਮਨ ਤੋਂ ਮਾਫ਼ੀ ਮੰਗਣ ਆਇਆ, ਮੈਨੂੰ ਮਾਫ਼ ਕਰ ਦੇ ਪਲੀਜ਼। ਮੇਰੀ ਮਾਂ ਦੇ ਝੂਠੇ ਇਲਜ਼ਾਮ ਦੀ ਵਜ੍ਹਾ ਨਾਲ ਤੇਰੀ ਜ਼ਿੰਦਗੀ ਬਰਬਾਦ ਹੋ ਗਈ। ਉਹਨਾਂ ਨੇ ਇਹ ਸਭ ਸਾਡੀ ਮੰਗਣੀ ਤੋੜਨ ਦੇ ਲਈ ਹੀ ਕੀਤਾ ਸੀ, ਕਿਉਂਕਿ ਉਹ ਆਪਣੀ ਮਰਜ਼ੀ ਨਾਲ ਮੇਰਾ ਵਿਆਹ ਕਿਸੇ ਅਮੀਰ ਖਾਨਦਾਨ ਵਿੱਚ ਕਰਨਾ ਚਾਹੁੰਦੀ ਸੀ। ਪਰ ਉਹ ਭੁੱਲ ਗਈ ਸੀ ਕਿ ਕਿਸੇ ਮਾਸੂਮ ਤੇ ਬੇਗਾਨਾ ਤੇ ਝੂਠਾ ਇਲਜ਼ਾਮ ਲਗਾਉਣਾ ਕਿੰਨਾ ਭਿਆਨਕ ਹੁੰਦਾ। ਗੁਰਪ੍ਰੀਤ ਨੇ ਅਮਨ ਦੇ ਸਾਹਮਣੇ ਆਪਣੇ ਹੱਥ ਜੋੜਦੇ ਹੋਏ ਕਿਹਾ, ਮੈਂ ਗੁੱਸੇ ਵਿੱਚ ਹੀ ਇਹ ਸਭ ਕੁਝ ਕੀਤਾ ਸੀ। ਤੇਰੀ ਮਾਂ ਝੂਠ ਬੋਲ ਰਹੀ ਸੀ, ਤੂੰ ਅਮਨ ਤੇ ਵਿਸ਼ਵਾਸ ਕਿਉਂ ਨਹੀਂ ਕੀਤਾ? ਤੇ ਅੱਜ ਅਚਾਨਕ ਤੇਰੀ ਮਾਂ ਦੀ ਮੁਹੱਬਤ ਦੀ ਪੱਟੀ ਤੇਰੀ ਅੱਖਾਂ ਤੋਂ ਕਿਵੇਂ ਉਤਰ ਗਈ? ਗੁਰਪ੍ਰੀਤ ਨੇ ਸ਼ਰਮਿੰਦਗੀ ਨਾਲ ਸਿਰ ਝੁਕਾ ਲਿਆ। ਮੇਰੀ ਮਾਂ ਮਰ ਚੁੱਕੀ ਹੈ, ਉਸਨੇ ਲੜਖੜਾਉਂਦੀ ਆਵਾਜ਼ ਵਿੱਚ ਕਿਹਾ। ਮੈਂ ਹੈਰਾਨ ਹੋ ਗਿਆ ਤੇ ਅਮਨ ਵੀ ਇੱਕਦਮ ਸੁੰਨ ਹੋ ਗਈ। ਗੁਰਪ੍ਰੀਤ ਨੇ ਕਿਹਾ, 2 ਹਫ਼ਤੇ ਪਹਿਲਾਂ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਤੇ ਡਰਾਈਵਰ ਤਾਂ ਉਸੇ ਵਕਤ ਹੀ ਮਰ ਗਿਆ, ਪਰ ਮੇਰੀ ਮਾਂ 10 ਦਿਨ ਤੱਕ ਹਸਪਤਾਲ ਦੇ ਬਿਸਤਰੇ ਤੇ ਪਈ ਰਹੀ। ਉਹਨਾਂ ਦਾ ਅੱਧਾ ਸਰੀਰ ਪੂਰੀ ਤਰ੍ਹਾਂ ਕੁਚਲਿਆ ਹੋਇਆ ਸੀ। ਡਾਕਟਰ ਨੇ ਉਹਨਾਂ ਦੇ ਸਿਰ ਦਾ ਅੱਧਾ ਹਿੱਸਾ ਕੱਢ ਦਿੱਤਾ ਸੀ। ਉਸਦੇ ਬਚਣ ਦੀ ਕੋਈ ਆਸ ਨਹੀਂ ਸੀ, ਪਰ ਫਿਰ ਵੀ ਉਹਨਾਂ ਦਾ ਸਾਥ ਨਹੀਂ ਛੱਡ ਰਹੇ ਸੀ। ਉਹ
ਤਕਲੀਫ ਵਿੱਚ ਸੀ ਤੇ ਦਰਦ ਵਿੱਚ ਸੀ ਤੇ ਤੜਫ ਰਹੀ ਸੀ, ਪਰ ਉਹਨਾਂ ਨੂੰ ਮੌਤ ਨਹੀਂ ਆ ਰਹੀ ਸੀ। ਉਹ ਵਾਰ-ਵਾਰ ਅਮਨ ਦਾ ਨਾਮ ਪੁਕਾਰ ਰਹੀ ਸੀ। ਉਹ ਬਹੁਤ ਮੁਸ਼ਕਲ ਨਾਲ ਬੋਲ ਪਾਉਂਦੀ ਸੀ, ਪਰ ਜਦੋਂ ਵੀ ਬੋਲਦੀ ਤਾਂ ਇਹੀ ਕਹਿੰਦੀ ਸੀ ਕਿ ਕਾਸ਼ ਅਮਨ ਮੈਨੂੰ ਮਾਫ਼ ਕਰ ਦਿੰਦੀ ਤਾਂ ਮੇਰੀ ਮੁਸ਼ਕਲ ਆਸਾਨ ਹੋ ਜਾਵੇ। ਉਸਦੀ ਜਾਨ ਜਿਵੇਂ ਉਸਦੇ ਗਲੇ ਵਿੱਚ ਅਟਕ ਗਈ ਸੀ। ਉਹਨਾਂ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਕਿ ਮੈਂ ਰਜਿੰਦਰ ਤੇ ਅਮਨ ਨੂੰ ਜਾਣਬੁੱਝ ਕੇ ਕਮਰੇ ਵਿੱਚ ਬੰਦ ਕੀਤਾ ਸੀ ਤੇ ਉਹਨਾਂ ਤੇ ਇਲਜ਼ਾਮ ਲਗਾਇਆ ਸੀ ਕਿ ਉਹ ਅਮਨ ਤੋਂ ਬਹੁਤ ਸ਼ਰਮਿੰਦਾ ਸੀ। ਆਖਰੀ ਸਾਹ ਤੱਕ ਉਹ ਤੇਰਾ ਇੰਤਜ਼ਾਰ ਕਰਦੀ ਰਹੀ, ਗੁਰਪ੍ਰੀਤ ਨੇ ਭਾਰੀ ਆਵਾਜ਼ ਵਿੱਚ ਕਿਹਾ, ਜਿਸ ਨਾਲ ਅਮਨ ਦੀਆਂ ਅੱਖਾਂ ਵਿੱਚ ਹੰਝੂ ਵਗਣ ਲੱਗੇ। ਅਮਨ ਨੇ ਪੁੱਛਿਆ, ਉਹਨਾਂ ਦੀ ਡੈਥ ਕਦੋਂ ਹੋਈ? ਅੱਜ ਸੁਬਾਹ ਹੀ ਉਹ ਇਸ ਦੁਨੀਆ ਤੋਂ ਚਲੀ ਗਈ। ਗੁਰਪ੍ਰੀਤ ਉਸ ਸਮੇਂ ਨਜ਼ਰ ਨਹੀਂ ਮਿਲਾ ਪਾ ਰਿਹਾ ਸੀ। ਦੂਜਿਆਂ ਦੀਆਂ ਧੀਆਂ ਤੇ ਇਲਜ਼ਾਮ ਲਗਾਉਣ ਦਾ ਅੰਜਾਮ ਹਮੇਸ਼ਾ ਭਿਆਨਕ ਹੀ ਹੁੰਦਾ ਹੈ, ਪਰ ਅਫਸੋਸ ਉਦੋਂ ਤੱਕ ਇਨਸਾਨ ਸਮਝ ਨਹੀਂ ਪਾਉਂਦਾ ਜਦੋਂ ਤੱਕ ਖੁਦ ਤੇ ਬੀਤਦੀ ਹੈ। ਨਹੀਂ ਖੈਰ, ਰੱਬ ਤੇਰੀ ਮਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਮੈਂ ਉਸਦੀ ਹਾਲਤ ਨੂੰ ਦੇਖਦੇ ਹੋਏ ਕਿਹਾ। ਮੇਰੀਆਂ ਅੱਖਾਂ ਵਿੱਚ ਨਮੀ ਸੀ ਜੋ ਗੁਰਪ੍ਰੀਤ ਨੂੰ ਥੋੜ੍ਹੀ ਹਿੰਮਤ ਦੇ ਗਈ। ਉਹ ਅਮਨ ਵੱਲ ਵਧਿਆ ਤੇ ਉਸਦਾ ਹੱਥ ਫੜ ਲਿਆ। ਚੱਲ ਅਮਨ, ਮੈਂ ਤੈਨੂੰ ਲੈਣ ਆਇਆ ਹਾਂ। ਅਮਨ ਨੇ ਇੱਕਦਮ ਮੇਰੇ ਵੱਲ ਦੇਖਿਆ ਤੇ ਫਿਰ ਗੁਰਪ੍ਰੀਤ ਨੂੰ ਕਿਹਾ, ਪਰ ਕਿਉਂ? ਕਿਉਂਕਿ ਮੈਂ ਸ਼ਰਮਿੰਦਾ ਹਾਂ ਤੇਰੇ ਨਾਲ। ਹੁਣ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਚਾਹੁੰਦਾ ਹਾਂ। ਤੂੰ ਜਾਣਦੀ ਹੈ ਨਾ ਕਿ ਮੈਂ ਤੈਨੂੰ ਕਿੰਨੀ ਮੁਹੱਬਤ ਕਰਦਾ ਹਾਂ। ਕੁਝ ਸਮੇਂ ਦੇ ਲਈ ਮੈਂ ਆਪਣੀ ਮਾਂ ਦੀਆਂ ਗੱਲਾਂ ਵਿੱਚ ਆ ਗਿਆ ਸੀ, ਪਰ ਜਿਸ ਦਿਨ ਤੋਂ ਤੂੰ ਘਰ ਤੋਂ ਆਈ ਸੀ ਮੈਂ ਸੌਂ ਨਹੀਂ ਸਕਿਆ। ਮੈਂ ਕਮਜ਼ੋਰ ਮਰਦ ਹਾਂ, ਤਾਂ ਹੀ ਤਾਂ ਮਾਂ ਦੀ ਮੁਹੱਬਤ ਵਿੱਚ ਹੱਦ ਤੋਂ ਵੱਧ ਗਿਆ ਸੀ ਤੇ ਤੇਰੇ ਤੇ ਵਿਸ਼ਵਾਸ ਨਹੀਂ ਕੀਤਾ। ਪਰ ਅੱਜ ਵੀ ਤੈਨੂੰ ਮੈਂ ਬਹੁਤ ਪਿਆਰ ਕਰਦਾ ਹਾਂ, ਤੇਰੇ ਬਿਨਾਂ ਨਹੀਂ ਜਿਉ ਸਕਦਾ। ਰਾਤ ਨੂੰ ਮੈਂ ਰੋਣ ਲੱਗਦਾ ਹਾਂ, ਤੇਰੀ ਯਾਦ ਆਉਂਦੀ ਹੈ ਤਾਂ ਮੇਰਾ ਦਿਲ ਬੇਚੈਨ ਹੋ ਜਾਂਦਾ ਹੈ। ਪਲੀਜ਼ ਮੇਰੇ ਨਾਲ ਚੱਲ, ਆਪਾਂ ਸਭ ਕੁਝ ਭੁਲਾ ਕੇ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕਰਾਂਗੇ। ਗੁਰਪ੍ਰੀਤ ਜਿਸ ਤਰ੍ਹਾਂ ਅਮਨ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਮੈਨੂੰ ਉਸ ਦੀਆਂ ਗੱਲਾਂ ਸੁਣ ਕੇ ਗੁੱਸਾ ਆ ਰਿਹਾ ਸੀ। ਅਮਨ ਨੇ ਕਿਹਾ, ਜਿਸ ਨੇ ਤੈਨੂੰ ਮੇਰੇ ਇੱਥੇ ਆਉਣ ਦੀ ਖਬਰ ਦਿੱਤੀ ਉਸਨੇ ਇਹ ਨਹੀਂ ਦੱਸਿਆ ਕਿ ਮੈਂ ਰਜਿੰਦਰ ਨਾਲ ਵਿਆਹ ਕਰਵਾ ਚੁੱਕੀ ਹਾਂ। ਗੁਰਪ੍ਰੀਤ ਨੇ ਹੈਰਾਨੀ ਨਾਲ ਪੁੱਛਿਆ, ਇਹ ਤੂੰ ਕੀ ਕਹਿ ਰਹੀ ਹੈ? ਤੂੰ ਮੇਰੇ ਨਾਲ ਅਜਿਹਾ ਕਿਵੇਂ ਕਰ ਸਕਦੀ ਹੈ? ਸਾਡਾ ਇੰਨੇ ਸਾਲਾਂ ਦਾ ਸਾਥ ਤੂੰ ਇੰਨੀ ਛੇਤੀ ਭੁਲਾ ਦਿੱਤਾ। ਤੂੰ ਤਾਂ ਕਹਿੰਦੀ ਸੀ ਕਿ ਮੇਰੇ ਬਿਨਾਂ ਤੂੰ ਰਹਿ ਨਹੀਂ ਸਕਦੀ, ਫਿਰ ਤੂੰ ਕਿਸੇ ਹੋਰ ਨਾਲ ਵਿਆਹ ਕਿਵੇਂ ਕਰਵਾ ਸਕਦੀ ਹੈ? ਅਮਨ ਨੇ ਕਿਹਾ, ਮੈਂ ਹੋਰ ਬਹਿਸ ਨਹੀਂ ਕਰ ਸਕਦੀ। ਇਹ ਸਭ ਪੁਰਾਣੀਆਂ ਗੱਲਾਂ ਨੇ। ਮੈਂ ਸਿਰਫ ਰਜਿੰਦਰ ਨੂੰ ਪਿਆਰ ਕਰਦੀ ਹਾਂ, ਇਸ ਲਈ ਬੇਕਾਰ ਦੀਆਂ ਗੱਲਾਂ ਨਾ ਕਰ ਤੇ ਇੱਥੋਂ ਚਲਿਆ ਜਾ, ਨਹੀਂ ਤਾਂ ਮੈਂ ਤੈਨੂੰ ਧੱਕੇ ਮਾਰ ਕੇ ਬਾਹਰ ਕੱਢ ਦੇਵਾਂਗੀ। ਉਸਨੇ ਇੰਨਾ ਹੀ ਕਿਹਾ ਤੇ ਉਹ ਅੱਗੋਂ ਗੁਰਪ੍ਰੀਤ ਕਹਿਣ ਲੱਗਾ ਕਿ ਤੂੰ ਹਮੇਸ਼ਾ ਮੇਰੀ ਹੈ ਤੇ ਮੇਰੀ ਹੀ ਰਹੇ। ਤੂੰ ਹੁਣ ਉਸ ਤੋਂ ਤਲਾਕ ਲੈ ਲੈ। ਤੇ ਅਮਨ ਨੇ ਕੁਝ ਕਦਮ ਪਿੱਛੇ ਹੁੰਦੇ ਹੋਏ ਉਸ ਨੂੰ ਇਸ਼ਾਰੇ ਨਾਲ ਖੁਦ ਦੇ ਕਰੀਬ ਆਉਣ ਤੋਂ ਰੋਕਿਆ। ਆਪਣੀ ਬਕਵਾਸ ਬੰਦ ਕਰ ਤੇ ਇੱਥੋਂ ਨਿਕਲ। ਮੇਰੇ ਲਈ ਤੂੰ ਕੁਝ ਵੀ ਨਹੀਂ, ਮੇਰਾ ਸਭ ਕੁਝ ਹੁਣ ਸਿਰਫ ਰਜਿੰਦਰ ਹੈ। ਮੇਰਾ ਪਿੱਛਾ ਛੱਡ ਦੇ। ਅਮਨ ਨੇ ਗਾਰਡ ਨੂੰ ਆਵਾਜ਼ ਮਾਰੀ, ਰਾਮੂ, ਇਸ ਆਦਮੀ ਨੂੰ ਬਾਹਰ ਕੱਢ ਦੇ। ਰਾਮੂ ਨੇ ਗੁਰਪ੍ਰੀਤ ਦਾ ਹੱਥ ਫੜ ਕੇ ਬਾਹਰ ਲਿਜਾਣ ਲੱਗਿਆ। ਗੁਰਪ੍ਰੀਤ ਨੇ ਕਿਹਾ ਕਿ ਅਮਨ, ਤੂੰ ਅਜਿਹਾ ਕਿਵੇਂ ਕਰ ਸਕਦੀ ਹੈ? ਮੈਂ ਤੇਰੇ ਬਿਨਾਂ ਜਿਉ ਨਹੀਂ ਸਕਦਾ। ਮੇਰੀ ਮਾਂ ਮੈਨੂੰ ਛੱਡ ਕੇ ਚਲੀ ਗਈ, ਹੁਣ ਤੂੰ ਵੀ ਮੈਨੂੰ ਛੱਡ ਦਿੱਤਾ। ਉਹ ਟੁੱਟ ਕੇ ਬੋਲਿਆ। ਕੰਨਾਂ ਦਾ ਕੱਚਾ ਹੋਣਾ ਤੇ ਖੁਦ ਨਾਲ ਜੁੜੀ ਔਰਤ ਦਾ ਵਿਸ਼ਵਾਸ ਨਾ ਕਰਨਾ ਇੱਕ ਮਰਦ ਦੀ ਸਭ ਤੋਂ ਵੱਡੀ ਕਮਜ਼ੋਰੀ ਹੁੰਦੀ ਹੈ। ਜਿਸ ਔਰਤ ਤੇ ਤੈਨੂੰ ਇਤਬਾਰ ਨਹੀਂ, ਜਿਸ ਦੇ ਕਿਰਦਾਰ ਦੀ ਤੂੰ ਗਵਾਹੀ ਨਹੀਂ ਦੇ ਸਕਦਾ, ਜਿਸ ਤੇ ਤੂੰ ਸਿਰਫ ਇੱਕ ਝੂਠ ਦੀ ਵਜ੍ਹਾ ਨਾਲ ਸ਼ੱਕ ਕੀਤਾ, ਉਹ ਹੁਣ ਵੀ ਤੈਨੂੰ ਨਹੀਂ ਛੱਡ ਸਕਦੀ। ਤੇਰੀ ਮਾਂ ਨੇ ਜੋ ਕੀਤਾ ਸੋ ਕੀਤਾ, ਪਰ ਤੂੰ ਵੀ ਬਹੁਤ ਵੱਡਾ ਜ਼ੁਲਮ ਕੀਤਾ। ਮੈਨੂੰ ਤੇਰੇ ਤੇ ਬਹੁਤ ਵਿਸ਼ਵਾਸ ਸੀ ਕਿ ਤੂੰ ਮੇਰਾ ਕਦੇ ਸਾਥ ਨਹੀਂ ਛੱਡੇਗਾ, ਪਰ ਤੂੰ ਮੇਰਾ ਉਦੋਂ ਸਾਥ ਛੱਡਿਆ ਜਦੋਂ ਮੈਨੂੰ ਤੇਰੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ। ਰਜਿੰਦਰ ਨੇ ਮੇਰੀ ਜਾਨ ਤੇ ਇੱਜ਼ਤ ਦੀ ਹਿਫਾਜ਼ਤ ਕੀਤੀ। ਉਸਨੇ ਨਾ ਸਿਰਫ ਮੈਨੂੰ ਦੁਨੀਆ ਵਾਲਿਆਂ ਦੇ ਸਾਹਮਣੇ ਇੱਜ਼ਤ ਨਾਲ ਅਪਣਾਇਆ, ਬਲਕਿ ਕਦੇ ਕਿਸੇ ਨੂੰ ਮੇਰੇ ਕਿਰਦਾਰ ਤੇ ਗੱਲ ਵੀ ਨਹੀਂ ਕਰਨ ਦਿੱਤੀ। ਹਾਂ, ਉਹ ਗੁੱਸੇ ਦਾ ਬਹੁਤ ਤੇਜ਼ ਹੈ, ਪਰ ਉਹ ਸੱਚਾ ਇਨਸਾਨ ਹੈ। ਉਸਦਾ ਦਿਲ ਨਰਮ ਹੈ ਤੇ ਉਹ ਮੈਨੂੰ ਸੱਚੀ ਮੁਹੱਬਤ ਕਰਦਾ ਹੈ। ਇਸ ਲਈ ਅੱਜ ਤੋਂ ਬਾਅਦ ਇੱਥੇ ਨਾ ਆਏ, ਨਹੀਂ ਤਾਂ ਤੂੰ ਆਪਣੇ ਪੈਰਾਂ ਤੇ ਸਹੀ ਸਲਾਮਤ ਨਾ ਜਾ ਸਕੇਗਾ। ਉਸਨੇ ਗਾਰਡ ਨੂੰ ਇਸ਼ਾਰਾ ਕੀਤਾ ਤਾਂ ਉਹ ਉਸਦੇ ਵੱਲ ਵਧ ਗਿਆ ਤੇ ਅਮਨ ਕਮਰੇ ਵੱਲ ਚਲੀ ਗਈ। ਮੈਂ ਸੋਫੇ ਤੇ ਬੈਠਾ ਖੁਦ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅਮਨ ਮੇਰੇ ਕਰੀਬ ਆਈ। ਰਜਿੰਦਰ, ਤੁਸੀਂ ਇੱਥੇ ਕਿਉਂ ਆ ਗਏ? ਆਪਾਂ ਤਾਂ ਡਿਨਰ ਦੇ ਲਈ ਜਾਣਾ ਹੈ। ਉਸਨੇ ਖੁਦ ਨੂੰ ਨਾਰਮਲ ਰੱਖਦੇ ਹੋਏ ਸਵਾਲ ਕੀਤਾ।
ਪਰ ਮੈਂ ਬਹੁਤ ਬੇਚੈਨ ਬੈਠਾ ਹੋਇਆ ਸੀ। ਚਲੋ ਨਾ, ਮੈਂ ਕਿੰਨੇ ਮਨ ਨਾਲ ਬਾਹਰ ਜਾਣ ਦੇ ਲਈ ਤਿਆਰ ਹੋਈ ਸੀ। ਉਹ ਮੇਰੇ ਕੋਲ ਬੈਠ ਗਈ, ਪਰ ਮੈਂ ਉਸ ਵੱਲ ਦੇਖਣ ਦੀ ਹਿੰਮਤ ਨਹੀਂ ਕਰ ਪਾ ਰਿਹਾ ਸੀ। ਉਹ ਆਪਣੇ ਦੋਨੋਂ ਹੱਥ ਜੋੜ ਕੇ ਮੇਰੇ ਗੁੱਸੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਰਜਿੰਦਰ, ਇੱਧਰ ਦੇਖ। ਉਸਨੇ ਮੇਰੇ ਵੱਲ ਆਉਣ ਦਾ ਇਸ਼ਾਰਾ ਕੀਤਾ ਤੇ ਮੇਰਾ ਚਿਹਰਾ ਆਪਣੇ ਵੱਲ ਮੋੜਿਆ। ਮੈਂ ਗੁਰਪ੍ਰੀਤ ਨੂੰ ਧੱਕੇ ਦੇ ਕੇ ਘਰ ਤੋਂ ਬਾਹਰ ਕੱਢ ਦਿੱਤਾ ਹੈ। ਉਸਨੂੰ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਮੈਂ ਸਿਰਫ ਤੈਨੂੰ ਪਿਆਰ ਕਰਦੀ ਹਾਂ। ਤੁਹਾਡੇ ਇਲਾਵਾ ਮੇਰੇ ਦਿਲ ਵਿੱਚ ਕੋਈ ਨਹੀਂ। ਉਸਦਾ ਮੂੰਹ ਬਣ ਗਿਆ ਸੀ, ਪਰ ਮੈਂ ਉਸਨੂੰ ਘਰ ਚੋਂ ਕੱਢ ਦਿੱਤਾ ਕਿਉਂਕਿ ਮੈਨੂੰ ਸਿਰਫ ਆਪਣੀ ਖੁਸ਼ੀ ਪਿਆਰੀ ਹੈ। ਉਸਨੇ ਮੇਰੇ ਦੋਨੋਂ ਹੱਥ ਫੜ ਕੇ ਮੈਨੂੰ ਭਰੋਸੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ, ਪਰ ਜੋ ਮੈਂ ਥੋੜ੍ਹੀ ਦੇਰ ਪਹਿਲਾਂ ਦੇਖਿਆ ਸੀ ਉਸਨੂੰ ਯਾਦ ਕਰਕੇ ਮੇਰਾ ਸਰੀਰ ਗੁੱਸੇ ਵਿੱਚ ਭੜਕਣ ਲੱਗਿਆ ਸੀ। ਕਿਸ ਤਰ੍ਹਾਂ ਗੁਰਪ੍ਰੀਤ ਅਮਨ ਤੇ ਆਪਣਾ ਹੱਕ ਜਤਾਉਂਦਾ ਰਿਹਾ। ਇਹ ਸਭ ਸੋਚ ਕੇ ਮੈਨੂੰ ਲੱਗਿਆ ਕਿ ਇਹ ਸੰਭਵ ਨਹੀਂ ਸੀ ਕਿ ਅਮਨ ਦੇ ਦਿਲ ਵਿੱਚ ਪੁਰਾਣੀ ਮੁਹੱਬਤ ਫਿਰ ਤੋਂ ਜਾਗੀ ਹੋਵੇ। ਮੈਂ ਇੱਕਦਮ ਉੱਠਣ ਲੱਗਿਆ ਤਾਂ ਅਮਨ ਨੇ ਮੇਰਾ ਹੱਥ ਫੜ ਲਿਆ। ਤੁਹਾਨੂੰ ਲੱਗਦਾ ਹੈ ਕਿ ਮੈਂ ਤੁਹਾਡੇ ਨਾਲ ਬੇਵਫਾਈ ਕਰੂੰਗੀ? ਤੁਸੀਂ ਕਿਉਂ ਕਰ ਰਹੇ ਹੋ? ਮੇਰੇ ਨਾਲ ਅਜਿਹਾ ਕਿਉਂ? ਮੈਨੂੰ ਤਕਲੀਫ ਦੇ ਰਹੇ ਹੋ? ਉਹ ਪਰੇਸ਼ਾਨ ਹੋ ਕੇ ਬੋਲੀ। ਮੈਂ ਕਿਹਾ, ਮੈਨੂੰ ਨੀਂਦ ਆ ਰਹੀ ਹੈ ਤੇ ਮੈਂ ਸੌਣਾ ਹੈ, ਲਾਈਟ ਬੰਦ ਕਰ ਦੇ। ਮੇਰੀ ਬੇਰੁਖੀ ਤੇ ਉਹ ਕੁਝ ਕਹਿਣ ਦੀ ਬਜਾਏ ਲਾਈਟ ਬੰਦ ਕਰਕੇ ਕੱਪੜੇ ਬਦਲਣ ਬਾਥਰੂਮ ਵਿੱਚ ਚਲੀ ਗਈ। ਰਾਤ ਨੂੰ ਉਹ ਰੋਣ ਵਿੱਚ ਬਿਜੀ ਸੀ। ਜਦੋਂ ਮੈਂ ਬੇਚੈਨ ਹੋ ਕੇ ਉੱਠਿਆ ਤੇ ਕਮਰੇ ਦੀ ਲਾਈਟ ਜਗਾ ਕੇ ਉਸ ਵੱਲ ਆਇਆ ਤਾਂ ਅਮਨ ਨੇ ਸੌਣ ਦੀ ਕੋਸ਼ਿਸ਼ ਕੀਤੀ, ਪਰ ਮੇਰੀ ਆਵਾਜ਼ ਸੁਣ ਕੇ ਉਸਦੀਆਂ ਅੱਖਾਂ ਖੁੱਲ੍ਹ ਗਈਆਂ। ਕਿਉਂ ਰੋ ਰਹੀ ਹੈ? ਮੈਂ ਪੁੱਛਿਆ। ਕਿਉਂਕਿ ਤੁਸੀਂ ਮੇਰੇ ਤੇ ਸ਼ੱਕ ਕਰ ਰਹੇ ਹੋ, ਉਸਨੇ ਰੋਂਦੀ ਹੋਈ ਆਵਾਜ਼ ਵਿੱਚ ਕਿਹਾ। ਮੇਰਾ ਦਿਮਾਗ ਖਰਾਬ ਨਹੀਂ ਹੈ ਜੋ ਮੈਂ ਤੇਰੇ ਤੇ ਸ਼ੱਕ ਕਰੂੰਗਾ। ਮੈਂ ਸਿਰਫ ਪਰੇਸ਼ਾਨ ਸੀ, ਇਸ ਲਈ ਗੱਲ ਨਹੀਂ ਕਰ ਰਿਹਾ ਸੀ। ਖੁਦ ਸੋਚ, ਮੇਰੀ ਘਰਵਾਲੀ ਨਾਲ ਕੋਈ ਦੂਜਾ ਮਰਦ ਆ ਕੇ ਪਿਆਰ ਦਾ ਇਜ਼ਹਾਰ ਕਰ ਰਿਹਾ ਹੈ ਤਾਂ ਕਿ ਮੈਨੂੰ ਬੁਰਾ ਨਹੀਂ ਲੱਗੂਗਾ। ਮੈਂ ਅਮਨ ਦੇ ਨਾਲ ਬੈਠਦੇ ਹੋਏ ਬੋਲਿਆ। ਉਹ ਵੀ ਉੱਠ ਕੇ ਬੈਠ ਗਈ। ਨਹੀਂ, ਤੁਹਾਨੂੰ ਅਜਿਹਾ ਨਹੀਂ ਲੱਗਣਾ ਚਾਹੀਦਾ। ਤੁਹਾਨੂੰ ਗਰਵ ਨਾਲ ਇਹ ਕਹਿਣਾ ਚਾਹੀਦਾ ਕਿ ਅਮਨ ਤੈਨੂੰ ਨਹੀਂ, ਮੈਨੂੰ ਪਿਆਰ ਕਰਦੀ ਹੈ। ਪਰ ਤੁਸੀਂ ਤਾਂ ਮੈਦਾਨ ਛੱਡ ਕੇ ਭੱਜ ਕਿਉਂ ਇੰਨੇ ਇਨਸਕੁਆਇਰ ਹੋ? ਕਿਉਂ ਲੱਗਦਾ ਹੈ ਕਿ ਤੁਹਾਨੂੰ ਕਿ ਸਾਡਾ ਵਿਆਹ ਜ਼ਬਰਦਸਤੀ ਹੋਇਆ ਹੈ ਤਾਂ ਸਾਡੇ ਰਿਸ਼ਤੇ ਵਿੱਚ ਪਿਆਰ ਨਹੀਂ ਹੋ ਸਕਦਾ? ਕਿ ਮੈਂ ਤੁਹਾਨੂੰ ਕਈ ਵਾਰ ਇਹ ਅਹਿਸਾਸ ਨਹੀਂ ਦਿਵਾਇਆ ਕਿ ਮੈਨੂੰ ਤੁਹਾਡੇ ਨਾਲ ਕਿੰਨੀ ਮੁਹੱਬਤ ਹੈ? ਤੁਸੀਂ ਮੇਰੇ ਸਭ ਕੁਝ ਹੋ, ਤੁਹਾਡੇ ਇਲਾਵਾ ਮੇਰਾ ਕੋਈ ਨਹੀਂ ਹੈ। ਉਹ ਗਹਿਰੀ ਸਾਹ ਲੈਂਦੇ ਹੋਏ ਬੋਲੀ। ਤੁਸੀਂ ਮੈਨੂੰ ਉਦੋਂ ਅਪਣਾਇਆ ਸੀ ਜਦੋਂ ਉਸ ਇਨਸਾਨ ਨੇ ਮੈਨੂੰ ਠੁਕਰਾਇਆ ਸੀ, ਜਿਸ ਨੂੰ ਮੈਂ ਸਭ ਤੋਂ ਜ਼ਿਆਦਾ ਪਿਆਰ ਕਰਦੀ ਸੀ, ਭਰੋਸਾ ਕਰਦੀ ਸੀ। ਮੇਰੇ ਲਈ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਸਪੈਸ਼ਲ ਇਨਸਾਨ ਸਿਰਫ ਤੇ ਸਿਰਫ ਤੁਸੀਂ ਹੋ। ਇੱਕ ਗੱਲ ਯਾਦ ਰੱਖਿਓ, ਮੈਂ ਮਰ ਜਾਵਾਂਗੀ ਪਰ ਤੁਹਾਡੇ ਨਾਲ ਬੇਵਫਾਈ ਨਹੀਂ ਕਰੂੰਗੀ। ਉਹ ਰੋਂਦੇ ਹੋਏ ਕਹਿ ਰਹੀ ਸੀ ਤੇ ਮੈਂ ਇੱਕਦਮ ਮੁਸਕਰਾਇਆ। ਉਸਦੇ ਬੁੱਲ੍ਹਾਂ ਤੇ ਉਂਗਲ ਰੱਖ ਦਿੱਤੀ। ਜਾਣਦਾ ਹਾਂ, ਬਸ ਥੋੜਾ ਜਿਹਾ ਘਬਰਾ ਗਿਆ ਸੀ। ਇਹ ਸੋਚ ਕੇ ਪਰੇਸ਼ਾਨ ਹੋ ਗਿਆ ਸੀ, ਜੇ ਮੈਂ ਤੇਰੇ ਨਾਲ ਵਿਆਹ ਨਾ ਕਰਵਾਇਆ ਹੁੰਦਾ ਤਾਂ ਅੱਜ ਤੂੰ ਗੁਰਪ੍ਰੀਤ ਦੇ ਨਾਲ ਜਾ ਸਕਦੀ ਸੀ। ਮੈਨੂੰ ਲੱਗਿਆ ਜਿਵੇਂ ਮੈਂ ਤੁਹਾਡੇ ਦੋਨਾਂ ਦੇ ਵਿੱਚ ਆ ਗਿਆ ਹਾਂ। ਅਮਨ ਨੇ ਆਪਣੇ ਹੰਝੂ ਪੂੰਝਦੇ ਹੋਏ ਕਿਹਾ। ਤੁਸੀਂ ਪਾਗਲ ਹੋ? ਤੁਸੀਂ ਵਿੱਚ ਨਹੀਂ ਆਏ, ਬਲਕਿ ਰੱਬ ਨੇ ਤੁਹਾਨੂੰ ਮੇਰੀ ਕਿਸਮਤ ਵਿੱਚ ਪਤਾ ਨਹੀਂ ਕਦੋਂ ਤੋਂ ਲਿਖ ਦਿੱਤਾ ਸੀ ਤੇ ਮੈਨੂੰ ਤੁਹਾਡੇ ਤੱਕ ਪਹੁੰਚਾਉਣਾ ਸੀ। ਇਸ ਲਈ ਇਸ ਅਹਿਸਾਸ ਨੂੰ ਆਪਣੇ ਅੰਦਰੋਂ ਕੱਢ ਦਿਓ। ਮੈਂ ਸਿਰਫ ਤੁਹਾਡੀ ਹਾਂ ਤੇ ਪੂਰੀ ਜ਼ਿੰਦਗੀ ਤੁਹਾਡੇ ਨਾਲ ਰਹੂੰਗੀ, ਤੁਹਾਡਾ ਸਾਥ ਦੇਵਾਂਗੀ। ਤੇ ਪਲੀਜ਼ ਤੁਸੀਂ ਮੂਡ ਠੀਕ ਕਰੋ, ਨਹੀਂ ਤਾਂ ਸਵੇਰ ਤੱਕ ਮੈਂ ਰੋਂਦੀ ਰਹੂੰਗੀ। ਉਸਦੀ ਧਮਕੀ ਸੁਣ ਕੇ ਮੇਰੇ ਚਿਹਰੇ ਤੇ ਮੁਸਕਾਨ ਆ ਗਈ। ਜੇ ਰੋਂਦੀ ਰਹੇਂਗੀ ਤਾਂ ਮੈਂ ਤੈਨੂੰ ਥੱਪੜ ਲਗਾ ਕੇ, ਮੈਂ ਮਜ਼ਾਕ ਨਾਲ ਕਿਹਾ। ਮੇਰੇ ਦਿਲ ਨੂੰ ਇੱਕਦਮ ਸਕੂਨ ਮਿਲਿਆ ਤੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਖੁਦ ਦੇ ਕਰੀਬ ਕਰ ਲਿਆ ਸੀ। ਮੈਂ ਫਿਰ ਹੋਰ ਜ਼ਿਆਦਾ ਰੋਈ, ਬਲਕਿ ਸਭ ਨੂੰ ਦੱਸੂਗੀ ਕਿ ਮੇਰਾ ਪਤੀ ਮੇਰੇ ਤੇ ਜ਼ੁਲਮ ਕਰਦਾ ਹੈ, ਉਸਨੇ ਸ਼ਰਾਰਤੀ ਅੰਦਾਜ਼ ਵਿੱਚ ਕਿਹਾ। ਤਾਂ ਮੈਂ ਹੱਸ ਪਿਆ। ਨਹੀਂ, ਮੈਂ ਤੈਨੂੰ ਪਿਆਰ ਕਰਦਾ ਹਾਂ, ਸ਼ਾਇਦ ਇਸ ਲਈ ਮੈਂ ਬਹੁਤ ਜਜ਼ਬਾਤੀ ਹੋ ਜਾਂਦਾ ਹਾਂ। ਆਈ ਐਮ ਸੌਰੀ। ਮੈਂ ਆਪਣੀ ਬੇਵਜ੍ਹਾ ਦੀ ਨਾਰਾਜ਼ਗੀ ਤੇ ਮਾਫੀ ਮੰਗਦਾ ਹੋਏ ਅਮਨ ਨੂੰ ਆਪਣੀਆਂ ਬਾਹਾਂ ਵਿੱਚ ਫੜ ਕੇ ਆਪਣੇ ਹੋਰ ਕਰੀਬ ਕਰ ਲਿਆ। ਉਹ ਮੁਸਕਰਾਉਂਦੇ ਹੋਏ ਮੈਨੂੰ ਦੇਖਣ ਲੱਗੀ। ਇਸ ਵਾਰ ਮਾਫ ਕਰ ਰਹੀ ਹਾਂ, ਪਰ ਅਗਲੀ ਵਾਰ ਜੇ ਬੇਕਾਰ ਵਿੱਚ ਨਾਰਾਜ਼ ਹੋਏ ਤਾਂ ਮੈਂ ਵੀ ਨਾਰਾਜ਼ ਹੋ ਜਾਊਂਗੀ, ਉਸਨੇ ਆਕੜ ਦੇ ਨਾਲ ਕਿਹਾ। ਮੈਂ ਉਸਦੇ ਚਿਹਰੇ ਤੇ ਆਏ ਵਾਲ ਪਿੱਛੇ ਕਰਦੇ ਹੋਏ ਉਸਦੇ ਮੱਥੇ ਨੂੰ ਚੁੰਮਿਆ। ਤੂੰ ਮੇਰੇ ਨਾਲ ਨਾਰਾਜ਼ ਨਹੀਂ ਰਹਿ ਸਕਦੀ। ਜੋ ਕੁੜੀ ਮੇਰੀ ਖਾਮੋਸ਼ੀ ਤੇ ਇੰਨਾ ਰੋ ਸਕਦੀ ਹੈ, ਉਹ ਮੇਰੇ ਨਾਲ ਨਾਰਾਜ਼ ਹੋਣ ਤੇ ਹੋ ਵੀ ਕਿਵੇਂ ਸਕਦੀ ਹੈ? ਤਾਂ ਤੁਹਾਨੂੰ ਤਾਂ ਰੋਣ ਵਾਲੀਆਂ ਕੁੜੀਆਂ ਤੋਂ ਨਫ਼ਰਤ ਹੈ ਨਾ? ਉਸਨੇ ਮੈਨੂੰ ਪੁਰਾਣੀ ਗੱਲ ਯਾਦ ਦਿਵਾਈ। ਹਾਂ, ਨਫ਼ਰਤ ਹੈ, ਪਰ ਤੇਰੇ ਤੋਂ ਨਹੀਂ। ਤੂੰ ਤਾਂ ਰੋਂਦੀ ਹੋਈ ਹੋਰ ਵੀ ਜ਼ਿਆਦਾ ਸੋਹਣੀ ਲੱਗਦੀ ਹੈ। ਮੈਂ ਮੁਸਕਰਾਉਂਦੇ ਹੋਏ ਅਮਨ ਦੀ ਸੱਚੀ ਗੱਲ ਤੇ ਪਿਆਰ ਕੀਤਾ। ਉਹ ਸ਼ਰਮਾ ਕੇ ਅੱਖਾਂ ਬੰਦ ਕਰ ਰਹੀ ਸੀ। ਤੁਸੀਂ ਬਹੁਤ ਬੁਰੇ ਹੋ, ਉਸਨੇ ਮੈਨੂੰ ਕਿਹਾ ਤੇ ਮੁਸਕਰਾ ਕੇ ਮੈਂ ਉਸਦੀ
ਗਰਦਨ ਵਿੱਚ ਆਪਣਾ ਚਿਹਰਾ ਛੁਪਾ ਲਿਆ। ਸਕੂਨ ਦਾ ਸਕੂਨ, ਸਾਡਾ ਡਿਨਰ ਤਾਂ ਨਹੀਂ ਹੋ ਸਕਿਆ। ਅਮਨ ਨੇ ਅਫਸੋਸ ਨਾਲ ਕਿਹਾ। ਕੱਲ ਨੂੰ ਲੈ ਜਾਊਂਗਾ। ਮੈਂ ਕਿਹਾ, ਮੇਰੇ ਸਿਰ ਵਿੱਚ ਹੱਥ ਫੇਰ, ਮੈਂ ਸੌਣਾ ਹੈ। ਉਹ ਹੌਲੀ ਹੌਲੀ ਮੇਰੇ ਵਾਲਾਂ ਵਿੱਚ ਉਂਗਲਾਂ ਫੇਰਨ ਲੱਗੀ। ਗੁਰਪ੍ਰੀਤ ਦੀ ਮਾਂ ਦੇ ਨਾਲ ਬਹੁਤ ਬੁਰਾ ਹੋਇਆ। ਕਾਸ਼ ਉਹ ਸਾਡੇ ਨਾਲ ਅਜਿਹਾ ਨਾ ਕਰਦੀ ਤਾਂ ਸ਼ਾਇਦ ਉਹਨਾਂ ਦੇ ਨਾਲ ਵੀ ਅਜਿਹਾ ਨਾ ਹੁੰਦਾ। ਉਸਨੇ ਕਿਹਾ, ਹਾਂ ਇਹ ਤਾਂ ਹੈ, ਪਰ ਕਿਸੇ ਤੇ ਇਸ ਤਰ੍ਹਾਂ ਗਲਤ ਇਲਜ਼ਾਮ ਲਗਾਉਣਾ ਬਹੁਤ ਬੁਰੀ ਗੱਲ ਹੁੰਦੀ ਹੈ ਤੇ ਰੱਬ ਉਸ ਨੂੰ ਸਜ਼ਾ ਇਨਸਾਨ ਨੂੰ ਜ਼ਰੂਰ ਦਿੰਦਾ ਹੈ। ਮੈਂ ਕਿਹਾ, ਠੀਕ ਹੈ, ਹੁਣ ਆ ਜਾ ਤੇ ਸੌਂ ਜਾ। ਖੁਦ ਨੂੰ ਜ਼ਿਆਦਾ ਸੋਚ ਕੇ ਪਰੇਸ਼ਾਨ ਨਾ ਕਰ। ਮੈਂ ਅਮਨ ਨੂੰ ਆਪਣੀਆਂ ਬਾਹਾਂ ਵਿੱਚ ਸਮੇਟ ਲਿਆ ਤੇ ਉਹ ਸਕੂਨ ਨਾਲ ਮੇਰੇ ਸੀਨੇ ਵਿੱਚ ਸਿਰ ਛੁਪਾ ਕੇ ਲੇਟ ਗਈ। ਸਾਡੇ ਦੋਵਾਂ ਦੇ ਦਿਲ ਵਿੱਚ ਹੁਣ ਸਕੂਨ ਹੀ ਸਕੂਨ ਸੀ। ਇੱਕ ਦੂਜੇ ਦੇ ਲਈ ਪਿਆਰ ਸੀ, ਇਸ ਦੇ ਇਲਾਵਾ ਕੁਝ ਨਹੀਂ ਸੀ। ਹਾਂਜੀ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਆਪਣੀ ਰਾਏ ਜ਼ਰੂਰ ਦੱਸਿਓ। ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ। ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ। ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ